Hello students, I hope you are doing well. So in this video we'll start the another group of P block, that is the group 17, that the halogens. The physical properties we've already discussed, but let's give a quick look to the elements. Group 17 are called the halogens. Why they are called as halogens? Because they are salt producers. So wherever you will find salt, there may be anions present in the form of fluorine, chlorine, bromine, iodine. So out of the group 16 elements, astatine is a radioactive element and tennessine is a human made, I mean it's a synthetic element. So let's quickly talk about the properties of the halogens. So halogens, they have general electronic configuration of ns2 np5. So very well know that they are very reactive because they lack only one electron to attain noble gas configuration. So they are the most reactive elements of the periodic table. So if we talk about the properties, first is the oxidation state. All these halogens, जिन्ने भी halogens ने उन वो एक इलेक्ट्रॉन शॉर्ट है टू अटेन नोबल गैस कॉन्फिगरेशन, सो वो एक इलेक्ट्रॉन ईजिली गेन करेंगे. ਜਦੋਂ ਇਲੈਕਟ੍ਰੋਨ ਗੇਨ ਕੀਤਾ ਦੇ ਵਿਲ ਐਗਜ਼ਿਬਿਟ -1 ਆਕਸੀਡੇਸ਼ਨ ਸਟੇਟ. ਸੋ ਸਾਰੇ ਹੈਲੋਜਨਸ ਦਾ ਜਿਹੜਾ -1 ਆਕਸੀਡੇਸ਼ਨ ਸਟੇਟ ਹੈ ਉਹ ਕਾਮਨ ਹੈ. -1 ਤੋਂ ਇਲਾਵਾ ਜਿਹੜਾ ਕਲੋਰੀਨ, ਬ੍ਰੋਮੀਨ ਤੇ ਆਇਓਡੀਨ ਹੈ ਦੇ ਐਗਜ਼ਿਬਿਟ +1 +3 +5 ਐਂਡ +7 ਆਕਸੀਡੇਸ਼ਨ ਸਟੇਟਸ. ਜਿਹੜੇ ਫਲੋਰੀਨ ਸਿਰਫ -1 ਆਕਸੀਡੇਸ਼ਨ ਸਟੇਟ ਸ਼ੋ ਕਰਦਾ ਹੈ. ਕਿਉਂ ਫਲੋਰੀਨ? ਬਿਕੋਜ਼ ਉਹਦੇ ਕੋਲ ਨਾ ਹੀ ਕੋਈ ਡੀ ਔਰਬਿਟਲ ਹੈ ਤੇ ਨਾ ਹੀ ਉਹ ਆਪਣਾ ਆਕਟੇਟ ਐਕਸਪੈਂਡ ਕਰ ਸਕਦਾ ਹੈ ਤੇ ਉਹ ਇੱਕ ਮੋਸਟ ਇਲੈਕਟ੍ਰੋਨੈਗੇਟਿਵ ਐਲੀਮੈਂਟ ਹੈ. ਯਾਨੀ ਕਿ ਪੂਰੇ ਪੀਰੀਓਡਿਕ ਟੇਬਲ 'ਚ ਮੋਸਟ ਇਲੈਕਟ੍ਰੋਨੈਗੇਟਿਵ ਜਿਹੜਾ ਮੋਸਟ ਇਲੈਕਟ੍ਰੋਨੈਗੇਟਿਵ ਹੋਵੇ ਤਾਂ ਉਹ ਹਮੇਸ਼ਾ ਨੈਗੇਟਿਵ ਆਕਸੀਡੇਸ਼ਨ ਸਟੇਟ ਐਗਜ਼ਿਬਿਟ ਕਰਦਾ ਹੈ. ਇਸ ਕਰਕੇ ਉਹਦੀ ਸਿਰਫ ਇੱਕੋ ਆਕਸੀਡੇਸ਼ਨ ਸਟੇਟ ਸਟੇਬਲ ਹੈ, ਦੈਟ ਇਜ਼ -1. ਜੇ ਆਪਾਂ ਹਾਇਰ ਆਕਸੀਡੇਸ਼ਨ ਸਟੇਟਸ ਦੀ ਗੱਲ ਕਰੀਏ, ਹਾਇਰ ਆਕਸੀਡੇਸ਼ਨ ਸਟੇਟਸ ਆਫ ਕਲੋਰੀਨ ਯਾਨੀ ਕਿ +3 +5 +7, ਇਹ ਸਾਰੀਆਂ ਕਲੋਰੀਨ, ਬ੍ਰੋਮੀਨ, ਆਇਓਡੀਨ ਕਦੋਂ ਐਗਜ਼ਿਬਿਟ ਕਰਦੇ? ਵੈਨ ਦੀ ਹੈਲੋਜਨਸ ਆਰ ਇਨ ਕੰਬੀਨੇਸ਼ਨ ਵਿਦ ਈਦਰ ਫਲੋਰੀਨ ਔਰ ਵਿਦ ਆਕਸੀਜਨ ਐਟਮਸ. ਯਾਨੀ ਕਿ ਇਹਦਾ ਮਤਲਬ ਇਹ ਹੋਇਆ ਕਿ ਜੇ ਤਾਂ ਹੈਲੋਜਨ ਐਟਮਸ ਕਿਸੇ ਇਲੈਕਟ੍ਰੋਪੋਜ਼ਿਟਿਵ ਐਲੀਮੈਂਟ ਦੇ ਨਾਲ ਪ੍ਰੈਜ਼ੈਂਟ ਹੈ, ਜਿਵੇਂ ਮੈਟਲ ਦੇ ਨਾਲ ਪ੍ਰੈਜ਼ੈਂਟ ਹੈ, ਜਿਵੇਂ ਆਪਾਂ ਪੀਰੀਓਡਿਕ ਟੇਬਲ ਇਮੈਜਿਨ ਕਰੀਏ, ਦਿਸ ਇਜ਼ ਦ ਪੀਰੀਓਡਿਕ ਟੇਬਲ, ਰਾਈਟ? ਇਹ ਪੀਰੀਓਡਿਕ ਟੇਬਲ ਹੈ. ਹੈਲੋਜਨਸ ਇੱਥੇ ਹੈ, ਥੀਸ ਆਰ ਦੀ ਹੈਲੋਜਨਸ. ਜੇ ਤਾਂ ਹੈਲੋਜਨਸ ਇੱਧਰ ਵਾਲੇ ਮੈਟਲਸ ਦੇ ਨਾਲ ਪ੍ਰੈਜ਼ੈਂਟ ਹੈ, ਕਿਉਂਕਿ ਆ ਵੀ ਮੈਟਲ ਹੈ, ਆ ਵੀ ਮੈਟਲ ਹੈ, ਜੇ ਇਹਨਾਂ ਦੇ ਨਾਲ ਪ੍ਰੈਜ਼ੈਂਟ ਹੈ ਦੈਨ ਇਟ ਵਿਲ ਐਗਜ਼ਿਬਿਟ -1 ਆਕਸੀਡੇਸ਼ਨ ਸਟੇਟ. ਬਟ ਜੇ ਹੈਲੋਜਨਸ ਪ੍ਰੈਜ਼ੈਂਟ ਹੈਗੇ ਨੇ ਵਿਦ ਫਲੋਰੀਨ ਜਾਂ ਵਿਦ ਆਕਸੀਜਨ, ਦੈਨ ਦੇ ਕੈਨ ਐਗਜ਼ਿਬਿਟ higher oxidation states of +1 +3 +5 +7 etc. ਇਹ ਕਹਿਣਾ ਚਾਹ ਰਹੀ ਹਾਂ. ਹੁਣ ਜਿਹੜੇ F2 ਹੈ, ਇਟ ਡਜ਼ ਨਾਟ ਸ਼ੋ ਡਿਸਪ੍ਰਪੋਰਸ਼ਨੇਸ਼ਨ. ਡਿਸਪ੍ਰਪੋਰਸ਼ਨੇਸ਼ਨ ਕੀ ਹੁੰਦੀ ਹੈ? ਡਿਸਪ੍ਰਪੋਰਸ਼ਨੇਸ਼ਨ ਦਾ ਮਤਲਬ ਕੋਈ ਐਲੀਮੈਂਟ ਆਪਣੀ ਇੰਟਰਮੀਡੀਏਟ ਸਟੇਟ 'ਚ ਪ੍ਰੈਜ਼ੈਂਟ ਹੈ, ਉਹ ਇੰਟਰਮੀਡੀਏਟ ਸਟੇਟ 'ਚ ਪ੍ਰੈਜ਼ੈਂਟ ਹੋਣ ਕਾਰਨ ਉਹ ਲੋਅਰ ਆਕਸੀਡੇਸ਼ਨ ਸਟੇਟ ਵੀ ਜਾ ਸਕਦਾ ਹੈ ਅਤੇ ਹਾਇਰ ਆਕਸੀਡੇਸ਼ਨ ਸਟੇਟ ਵੀ ਜਾ ਸਕਦਾ ਹੈ. ਬਟ ਜਿਹੜਾ ਫਲੋਰੀਨ ਹੈ ਉਹ ਸਿਰਫ ਇੱਕ ਆਕਸੀਡੇਸ਼ਨ ਸਟੇਟ ਸ਼ੋ ਕਰਦਾ ਹੈ, ਕਿਹੜੀ? -1. ਇਸ ਕਰਕੇ ਉਹ ਡਿਸਪ੍ਰਪੋਰਸ਼ਨੇਸ਼ਨ ਸ਼ੋ ਨਹੀਂ ਕਰ ਸਕਦਾ. ਮੈਂ ਦੁਬਾਰਾ ਐਕਸਪਲੇਨ ਕਰਦੀ ਹਾਂ. ਡਿਸਪ੍ਰਪੋਰਸ਼ਨੇਸ਼ਨ ਦਾ ਮਤਲਬ ਹੈ ਕੋਈ ਐਲੀਮੈਂਟ, ਜਿਵੇਂ ਹੁਣ ਕਾਪਰ ਹੈ. if I talk about copper is present in +1 oxidation state. ਉਹ ਡਿਸਪ੍ਰਪੋਰਸ਼ਨੇਟ ਕਰੂਗਾ ਟੂ ਕਾਪਰ 2 ਪੋਜ਼ਿਟਿਵ ਤੇ ਕਾਪਰ 0, ਰਾਈਟ? ਸੋ ਦੈਟ ਮੀਨਸ ਕਾਪਰ ਦੀਆਂ 3 ਆਕਸੀਡੇਸ਼ਨ ਸਟੇਟਸ ਪੋਸੀਬਲ ਹੈ, +1 +2 ਤੇ 0. +1 ਤੋਂ +2 ਆਕਸੀਡੇਸ਼ਨ ਹੋ ਗਈ, +1 ਤੋਂ 0 ਰਿਡਕਸ਼ਨ ਹੋ ਗਈ. ਇਸ ਨੂੰ ਡਿਸਪ੍ਰਪੋਰਸ਼ਨੇਸ਼ਨ ਕਹਿੰਦੇ ਆ. ਕਾਪਰ ਡਿਸਪ੍ਰਪੋਰਸ਼ਨੇਸ਼ਨ ਸ਼ੋ ਕਿਉਂ ਕਰੂਗਾ? ਕਿਉਂਕਿ ਉਹਦੀਆਂ 3 ਆਕਸੀਡੇਸ਼ਨ ਸਟੇਟਸ ਸਟੇਬਲ ਹੈ. ਫਲੋਰੀਨ ਜਿਹੜਾ F2 ਹੈ, ਇੱਕ ਤਾਂ ਉਹਦੇ ਕੋਲ 0 ਆਕਸੀਡੇਸ਼ਨ ਸਟੇਟ ਹੈ ਤੇ ਇੱਕ -1. ਸੋ ਦੈਟ ਮੀਨਸ ਉਹ ਡਿਸਪ੍ਰਪੋਰਸ਼ਨੇਸ਼ਨ ਸ਼ੋ ਨਹੀਂ ਕਰ ਸਕਦਾ. ਆਈ ਹੋਪ ਮੈਂ ਪੁਆਇੰਟ ਕਲੀਅਰ ਕਰ ਦਿੱਤਾ. ਨੈਕਸਟ ਜੇ ਆਪਾਂ ਗੱਲ ਕਰੀਏ, ਨੈਕਸਟ ਵੀਲ ਟਾਕ ਅਬਾਊਟ ਦੀ ਇੰਥੈਲਪੀ ਆਫ ਡਿਸੋਸੀਏਸ਼ਨ. ਇੰਥੈਲਪੀ ਆਫ ਡਿਸੋਸੀਏਸ਼ਨ ਮਤਲਬ ਕਿੰਨੀ ਐਨਰਜੀ ਲੱਗ ਰਹੀ ਹੈ ਇਹਨਾਂ ਦਾ ਬੌਂਡ ਤੋੜਨ ਵਾਸਤੇ, ਯਾਨੀ ਕਿ Cl ਤੇ Cl ਦਾ ਬੌਂਡ ਤੋੜਨ ਵਾਸਤੇ, Br ਤੇ Br ਦਾ ਬੌਂਡ ਤੋੜਨ ਵਾਸਤੇ, F ਤੇ F ਦਾ ਬੌਂਡ ਤੋੜਨ ਵਾਸਤੇ, I ਤੇ I ਦਾ ਬੌਂਡ ਤੋਂ ਕਿਹੜਾ ਸਭ ਤੋਂ ਜ਼ਿਆਦਾ ਈਜ਼ੀਅਰ ਹੈ? ਦੇਖੋ, ਇੱਕ ਲੌਜਿਕ ਵਾਲੀ ਗੱਲ ਕੀ ਹੈ ਕਿ ਇੱਕ ਜਿਹੜਾ ਸਮੌਲ ਐਟਮ ਹੈ ਉਹ ਇੱਕ ਸਮੌਲ ਐਟਮ ਨਾਲ ਸਟਰੋਂਗਲੀ ਓਵਰਲੈਪ ਕਰ ਸਕਦਾ ਹੈ. ਸਟਰੋਂਗਲੀ ਓਵਰਲੈਪ ਕਰਕੇ ਬੌਂਡ ਸਟਰੋਂਗ ਹੁੰਦਾ ਹੈ.
ਜਿਵੇਂ ਜਿਵੇਂ ਐਟਮ ਦਾ ਸਾਈਜ਼ ਵੱਡਾ ਹੋਈ ਜਾਊਗਾ ਉਹਦਾ ਜਿਹੜਾ ਓਵਰਲੈਪਿੰਗ ਦਾ ਐਕਸਟੈਂਟ ਹੈ ਉਹ ਵੀਕ ਹੋਈ ਜਾਊਗਾ ਤੇ ਇਸ ਕਰਕੇ ਬੌਂਡ ਵੀਕ ਹੋਈ ਜਾਊਗਾ। ਸੋ ਇਸ ਅਕੋਰਡਿੰਗ ਜਿਹੜਾ ਛੋਟਾ ਹੈ, ਛੋਟਾ ਕੌਣ ਹੈ? ਫਲੋਰੀਨ, ਤੇ ਵੱਡਾ ਕੌਣ ਹੈ? ਆਇਓਡੀਨ। ਆਇਓਡੀਨ ਦੀ ਬੌਂਡ ਐਸੋਸੀਏਸ਼ਨ એનર્ਜੀ ਸਭ ਤੋਂ ਘੱਟ ਹੋਊਗੀ, ਮਤਲਬ ਇਹਦਾ ਬੌਂਡ ਤੋੜਨਾ ਸਭ ਤੋਂ ਈਜ਼ੀ ਹੋਊਗਾ। ਬਟ ਇਹਦੇ ਵਿੱਚ ਐਕਸੈਪਸ਼ਨ ਹੈ, ਸਭ ਤੋਂ ਜ਼ਿਆਦਾ ਔਖਾ ਹੈਗਾ ਕਲੋਰੀਨ ਦਾ, ਕਿਉਂਕਿ ਕਲੋਰੀਨ ਦਾ ਸਾਈਜ਼ ਛੋਟਾ ਹੈ। ਸਭ ਤੋਂ ਔਖਾ ਹੈ ਆਇਓਡੀਨ ਦਾ, ਬਿਕੋਜ਼ ਬੌਂਡ ਉਹਦਾ ਵੱਡਾ ਹੈ। ਹੁਣ ਫਲੋਰੀਨ ਕਿਉਂ ਹੈ? ਦੇਖੋ ਫਲੋਰੀਨ ਦਾ ਸਾਈਜ਼ ਛੋਟਾ ਹੋਣ ਕਰਕੇ ਬੌਂਡ ਲੈਂਥ ਵੀ ਘੱਟ ਹੈ, ਜਿਹਦੇ ਕਰਕੇ ਜਿਹੜੇ ਇਹਦੇ ਲੋਨ ਪੇਅਰ ਆਫ ਇਲੈਕਟ੍ਰੋਨਸ ਹੈ ਉਹ ਨੇੜੇ ਨੇੜੇ ਆ ਜਾਂਦੇ ਹੈ ਤੇ ਇੱਕ ਦੂਜੇ ਨੂੰ ਕੀ ਕਰਦੇ ਆ? ਰਿਪੈਲ ਕਰਦੇ ਆ। ਇਸ ਰਿਪਲਸ਼ਨਸ ਦੇ ਵਿੱਚ ਆ ਜਿਹੜਾ ਬੌਂਡ ਹੈ ਉਹ ਵੀਕ ਹੋ ਜਾਂਦਾ ਹੈ ਤੇ ਈਜ਼ੀਲੀ ਤੋੜਿਆ ਜਾ ਸਕਦਾ ਹੈ। So F2 has low bond dissociation enthalpy due to small size and large interelectronic repulsions of the lone pairs when they are much closer to each other, as in case of Cl2. ਇਹ ਹੁਣ exception ਹੈ, that's very very important. Next ਆਪਾਂ ਗੱਲ ਕਰਦੇ ਹਾਂ ਕਲੋਰੀਨ ਦੀ, ਕਲਰ ਦੀ। ਸਾਰੇ ਹੈਲੋਜਨਸ ਕਲਰਡ ਹੈ, all the halogens are colored। ਕਲਰ ਕਿਉਂ ਹੈ? ਦੇਖੋ ਜਿਹੜਾ ਉਹਨਾਂ ਦੇ ਕੋਲ ਲੂਜ਼ਲੀ ਬਾਉਂਡ ਇਲੈਕਟ੍ਰੋਨਸ ਹੈ, ਉਹਨਾਂ ਦੇ ਵੇਲੈਂਸ ਸ਼ੈਲ ਦੇ ਵਿੱਚ ਲੂਜ਼ਲੀ ਬਾਉਂਡ ਇਲੈਕਟ੍ਰੋਨ ਹੈ ਇੱਕ, ਉਹ ਜਿਹੜੇ ਮੋਲੀਕਿਊਲਸ ਅਬਜ਼ੌਰਬ ਕਰਦੇ ਆ ਰੇਡੀਏਸ਼ਨਸ ਫਰੋਮ ਦੀ ਵਿਜ਼ੀਬਲ ਲਾਈਟ ਐਂਡ ਦੀ ਆਊਟਰ ਇਲੈਕਟ੍ਰੋਨਸ ਆਰ ਈਜ਼ੀਲੀ ਐਕਸਾਈਟਿਡ ਟੂ ਹਾਇਰ ਐਨਰਜੀ ਲੈਵਲਸ। ਰੰਗ ਇੱਦਾਂ ਹੀ ਆਉਂਦਾ, ਕੋਈ ਇਲੈਕਟ੍ਰੋਨ ਲੋਅਰ ਐਨਰਜੀ ਲੈਵਲ 'ਤੇ ਹੈ, ਉਹ ਐਨਰਜੀ ਅਬਜ਼ੌਰਬ ਕਰਕੇ ਹਾਇਰ ਐਨਰਜੀ ਲੈਵਲ 'ਤੇ ਜਾ ਰਿਹਾ ਹੈ ਬਾਈ ਅਬਜ਼ੌਰਬਿੰਗ ਵਿਜ਼ੀਬਲ ਲਾਈਟ। ਜਦੋਂ ਉਹ ਵਾਪਸ ਆਇਆ ਜਿਹੜੀ ਲਾਈਟ ਅਮਿਟ ਹੋਈ ਉਹ ਆਪਾਂ ਨੂੰ ਦਿਖਦੀ ਹੈ। ਬਾਈ ਅਬਜ਼ੌਰਬਿੰਗ ਡਿਫਰੈਂਟ ਕੁਆਂਟਾ ਆਫ ਰੇਡੀਏਸ਼ਨਸ ਦੇ ਡਿਸਪਲੇ ਡਿਫਰੈਂਟ ਕਲਰ, ਯਾਨੀ ਕਿ ਹੈ ਸਾਰੇ ਹੈਲੋਜਨਸ ਕਲਰਡ ਹੈ ਬਟ ਉਹਨਾਂ ਦਾ ਕਲਰ ਡਿਫਰੈਂਟ ਹੈ। ਜਿਵੇਂ ਆ ਬਲੈਕ ਪੈਨ 'ਚ ਦੇਖੋ F2 ਹੈ ਜਿਹੜਾ ਉਹ ਲਾਈਟ ਯੈਲੋ ਗੈਸ ਹੈ, Cl2 ਹੈ ਜਿਹੜਾ ਉਹ ਗ੍ਰੀਨਿਸ਼ ਯੈਲੋ ਗੈਸ ਹੈ, Br2 ਰੈਡਿਸ਼ ਬਰਾਊਨ ਲਿਕੁਇਡ ਹੈ ਤੇ I2 ਡਾਰਕ ਵਾਇਲਟ ਸੋਲਿਡ ਹੈ। ਹੁਣ ਇਹਨਾਂ ਦਾ ਕਲਰ ਡਿਫਰੈਂਟ ਹੈ ਬਿਕੋਜ਼ ਇਹ ਡਿਫਰੈਂਟ ਕਲਰਸ ਅਬਜ਼ੌਰਬ ਕਰਦੇ ਹੈ। F2 ਇੱਕ ਸਮੋਲ ਐਟਮ ਹੈ, ਇਸ ਕਰਕੇ ਜਿਹੜਾ ਉਹਦਾ ਵੇਲੈਂਸ ਇਲੈਕਟ੍ਰੋਨਸ ਹੈ ਉਹ ਸਟਰੋਂਗਲੀ ਬਾਉਂਡ ਹੋਣਗੇ, ਇਸ ਕਰਕੇ ਉਹਨਾਂ ਨੂੰ ਜ਼ਿਆਦਾ ਐਨਰਜੀ ਲੱਗੂਗੀ ਜੇ ਉਹਨਾਂ ਨੂੰ ਲੋਅਰ ਟੂ ਹਾਇਰ ਤੱਕ ਪਹੁੰਚਾਉਣਾ ਹੈ। तो they will absorb higher energy light, that is violet light, but ਉਹ emit ਕਿਹੜੀ ਕਰਨਗੇ? ਯੈਲੋ। ਇਸ ਕਰਕੇ ਆਪਾਂ ਨੂੰ ਕਿਹੜਾ ਰੰਗ ਦਿਖਦਾ ਹੈ? ਯੈਲੋ। ਹੁਣ ਜਿਹੜਾ I2 ਹੈ, I2 ਇੱਕ ਵੱਡਾ ਸਾਈਜ਼ ਦਾ ਐਟਮ ਹੈ, ਇਸ ਕਰਕੇ ਉਹਦੇ ਜਿਹੜੇ ਇਲੈਕਟ੍ਰੋਨਸ ਹੈ ਉਹ ਲੂਜ਼ਲੀ ਬਾਉਂਡ ਹੋਣਗੇ, ਇਸ ਕਰਕੇ ਉਹਨਾਂ ਦੇ ਇਲੈਕਟ੍ਰੋਨਸ ਫਰੋਮ ਲੋਅਰ ਟੂ ਹਾਇਰ ਤੱਕ ਜਾਣ ਵਾਸਤੇ ਘੱਟ ਐਨਰਜੀ ਚਾਹੀਦੀ ਹੋਊਗੀ, ਇਸ ਕਰਕੇ ਉਹ ਅਬਜ਼ੌਰਬ ਕਰਦੇ ਆ ਯੈਲੋ ਲਾਈਟ ਤੇ ਅਮਿਟ ਕਰਦੇ ਆ ਵਾਇਲਟ ਲਾਈਟ। ਇਹ ਇੱਕ ਲੌਜਿਕ ਹੈ ਰੰਗ ਦਾ, ਸਮਝ ਗਏ? So greenish yellow color of chlorine and orange red color of bromine can be explained in similar basis। ਸਮਝ ਕੇ ਦੇਖੋ ਜਿਹੜਾ F ਦਾ ਸਾਈਜ਼ ਬਹੁਤ ਛੋਟਾ ਹੈ, ਜਿਹੜਾ ਵੇਲੈਂਸ ਇਲੈਕਟ੍ਰੋਨ ਹੈ ਉਹ F ਦੇ ਵੱਲ ਖਿੱਚਿਆ ਜਾ ਰਿਹਾ ਬਾਈ ਇਫੈਕਟਿਵ ਨਿਊਕਲੀਅਰ ਚਾਰਜ, ਸਟਰੋਂਗ ਇਫੈਕਟਿਵ ਨਿਊਕਲੀਅਰ ਚਾਰਜ, ਜਿਹਦੇ ਕਰਕੇ ਇਸ ਦੇ ਇਲੈਕਟ੍ਰੋਨ ਨੂੰ ਜੇ ਤੁਸੀਂ ਲੋਅਰ ਟੂ ਹਾਇਰ ਪਹੁੰਚਾਉਣਾ ਹੈ ਦੈਨ ਹਾਈ ਐਨਰਜੀ ਇਜ਼ ਰਿਕੁਆਇਰਡ। ਹਾਈ ਐਨਰਜੀ ਅਬਜ਼ੌਰਬ ਕਰੂਗਾ, ਇਟ ਵਿਲ ਅਬਜ਼ੌਰਬ ਹਾਈ ਐਨਰਜੀ। ਹਾਈ ਐਨਰਜੀ ਕਿਹੜਾ ਰੰਗ ਹੁੰਦਾ ਹੈ? ਵਾਇਲਟ ਕਲਰ। ਤਾਂ ਵਾਇਲਟ ਕਲਰ ਅਬਜ਼ੌਰਬ ਹੋਇਆ ਹੈ ਬਟ ਅਮਿਟ ਕਿਹੜਾ ਹੋਊਗਾ? ਉਹਦਾ ਕੰਪਲੀਮੈਂਟਰੀ ਵਿਚ ਇਜ਼ ਯੈਲੋ, ਇਸ ਕਰਕੇ ਜਿਹੜਾ ਫਲੋਰੀਨ ਹੈ ਉਹ ਯੈਲੋ ਕਲਰ ਦਾ ਹੈ। ਤਾਂ ਇਹ ਲੌਜਿਕ ਤੁਸੀਂ ਯਾਦ ਰੱਖਣੀ। ਨੈਕਸਟ ਜਿਹੜੀ ਪ੍ਰੋਪਰਟੀ ਹੈ ਦੈਟ ਇਜ਼ ਦੀ ਆਕਸੀਡਾਈਜ਼ਿੰਗ ਪਾਵਰ। ਆਕਸੀਡਾਈਜ਼ਿੰਗ ਪਾਵਰ ਦਾ ਮਤਲਬ ਹੈ ਆਪ ਰਿਡਿਊਸ ਹੋਣਾ ਤੇ ਦੂਸਰਿਆਂ ਨੂੰ ਆਕਸੀਡਾਈਜ਼ ਕਰਨਾ। ਜਿਹੜੇ ਹੈਲੋਜਨਸ ਹੈ ਉਹ ਈਜ਼ੀਲੀ ਇੱਕ ਇਲੈਕਟ੍ਰੋਨ ਗੇਨ ਕਰਕੇ ਕੀ ਬਣਾ ਰਹੇ ਹੈ? ਐਕਸ ਨੈਗੇਟਿਵ। ਸੋ ਦੈਟ ਮੀਨਸ ਜਿਹੜੇ ਹੈਲੋਜਨਸ ਹੈ ਉਹ ਆਪ ਰਿਡਿਊਸ ਹੋ ਰਹੇ ਤੇ ਬਾਕੀਆਂ ਨੂੰ ਕੀ ਕਰ ਰਹੇ ਆ? ਆਕਸੀਡਾਈਜ਼। Due to high electron affinity, the halogens have strong tendency to accept electrons and therefore act as powerful oxidizing agent। ਹੁਣ ਸਭ ਤੋਂ ਪਹਿਲਾਂ ਆਪਾਂ ਫਲੋਰੀਨ ਦੀ ਗੱਲ ਕਰ ਰਹੇ ਹਾਂ। ਸਭ ਤੋਂ ਜ਼ਿਆਦਾ ਫਲੋਰੀਨ ਹੈ, ਫਲੋਰੀਨ is the strongest oxidizing agent in water then Cl2 in spite of its low electron gain enthalpy। This is due to high heat of hydration। ਦੇਖੋ ਜਿਹੜਾ ਫਲੋਰੀਨ ਹੈ, ਫਲੋਰੀਨ ਪਹਿਲਾਂ ਗੈਸ਼ੀਅਸ ਫਾਰਮ ਦੇ ਵਿੱਚ ਹੈ। ਫਲੋਰੀਨ ਦਾ ਬੌਂਡ ਤੋੜ ਕੇ ਉਹਦੀ ਲੋ ਬੌਂਡ ਡਿਸੋਸੀਏਸ਼ਨ ਇੰਥੈਲਪੀ ਹੈ ਉਹ ਆਪਾਂ ਕੀਤਾ ਪਿੱਛੇ। ਈਜ਼ੀਲੀ ਉਹ ਕਾਹਦੇ ਵਿੱਚ ਟੁੱਟ ਜਾਂਦਾ ਹੈ? ਐਫ ਐਟਮ ਗੈਸ਼ੀਅਸ। ਉਹ ਐਫ ਐਟਮ ਗੈਸ਼ੀਅਸ ਹੁਣ ਉਹ ਇਲੈਕਟ੍ਰੋਨ ਜਿਹੜੀ ਹੈ ਐਨਰਜੀ ਰਿਲੀਜ਼ ਘੱਟ ਹੋਊਗੀ ਅਤੇ ਉਹ ਇਲੈਕਟ੍ਰੋਨ ਗੇਨ ਕਰ ਲੂਗਾ, ਇਟ ਵਿਲ ਫਾਰਮ ਐਫ ਨੈਗੇਟਿਵ। ਫਿਰ ਇੱਥੇ ਉਹ
ਐਕੁਅਸ ਮੀਡੀਅਮ ਦੇ ਵਿੱਚ ਉਹਦੀ ਜਿਹੜੀ ਹਾਈਡਰੇਸ਼ਨ ਇੰਥੈਲਪੀ ਹੈ ਉਹ ਲੱਗੂਗੀ ਤੇ ਉਹ ਕਾਹਦੇ ਵਿੱਚ ਚੇਂਜ ਹੋ ਜਾਊਗਾ F ਨੈਗੇਟਿਵ ਐਕੁਅਸ, ਯਾਨੀ ਕਿ ਈਜ਼ੀਲੀ ਉਹ F ਇਲੈਕਟ੍ਰੋਨ ਜਿਹੜਾ ਨੈਗੇਟਿਵ ਇਲੈਕਟ੍ਰੋਨ ਹੈ ਉਹ ਗੇਨ ਕਰ ਰਿਹਾ, ਠੀਕ ਹੈ ਜੀ, ਜਿਹਦੇ ਕਰਕੇ ਇਟ ਵਿਲ ਐਕਟ ਐਜ਼ ਅ ਸਟਰੋਂਗੈਸਟ ਆਕਸੀਡਾਈਜ਼ਿੰਗ ਏਜੰਟ। ਹੁਣ ਦੇਖੋ ਮੈਂ ਫਿਰ ਡਿਟੇਲ 'ਚ ਐਕਸਪਲੇਨ ਕਰਦੀ ਹਾਂ। ਇਟ ਆਕਸੀਡਾਈਜ਼ਸ ਅਦਰ ਫਲੋਰੀਨ ਇੰਨਾ ਜ਼ਿਆਦਾ ਸਟਰੋਂਗ ਆਕਸੀਡਾਈਜ਼ਿੰਗ ਏਜੰਟ ਹੈ ਕਿ ਉਹ ਬਾਕੀ ਸਾਰੇ ਹੈਲਾਈਡ ਆਇਨਸ ਨੂੰ ਆਕਸੀਡਾਈਜ਼ ਕਰ ਦਿੰਦਾ ਤੇ ਆਪ ਕੀ ਹੋ ਜਾਂਦਾ ਹੈ, ਰਿਡਿਊਸ ਹੋ ਜਾਂਦਾ ਹੈ। ਅ ਹੈਲੋਜਨ ਆਕਸੀਡਾਈਜ਼ਸ ਹੈਲਾਈਡ ਆਇਨ ਆਫ ਅਦਰ ਹਾਇਰ ਐਟੋਮਿਕ ਨੰਬਰ। ਹੁਣ ਦੇਖੋ ਜਿਹੜੀ ਆਕਸੀਡਾਈਜ਼ਿੰਗ ਪਾਵਰ ਆਫ ਹੈਲੋਜਨਸ ਹੈ ਉਹ ਕਿਹਦੇ ਤੇ ਡਿਪੈਂਡੈਂਟ ਹੈ। ਦੇਖੋ ਆਪਣੇ ਕੋਲ ਇੱਕ ਹੈਲੋਜਨ ਹੈ X2 ਗੈਸ, ਠੀਕ ਹੈ ਜੀ, ਉਸ ਨੇ ਉਹਦੇ ਤੇ ਬੌਂਡ ਡਿਸੋਸੀਏਸ਼ਨ ਐਨਰਜੀ ਲਗਾ ਕੇ ਆਪਾਂ X ਤੇ X ਦਾ ਬੌਂਡ ਤੋੜ ਕੇ ਉਹਨੂੰ X ਐਟਮ ਗੈਸ਼ੀਅਸ ਐਟਮ ਦੇ ਵਿੱਚ ਕਨਵਰਟ ਕਰ ਦਿੱਤਾ। ਜਿੰਨੀ ਘੱਟ ਬੌਂਡ ਡਿਸੋਸੀਏਸ਼ਨ ਐਨਰਜੀ ਹੋਊਗੀ ਉਨਾ ਇਹ ਛੇਤੀ ਟੁੱਟੂਗਾ। ਉਸ ਤੋਂ ਬਾਅਦ ਉਸ ਦੇ ਵਿੱਚ ਇੱਕ ਇਲੈਕਟ੍ਰੋਨ ਐਡ ਕਰਵਾਉਣਾ ਹੈ ਤੇ ਜਿਹੜੀ ਐਨਰਜੀ ਰਿਲੀਜ਼ ਹੋਈ ਹੈ ਉਸ ਨੂੰ ਕੀ ਕਹਿੰਦੇ ਆ, ਇਲੈਕਟ੍ਰੋਨ ਗੇਨ ਇੰਥੈਲਪੀ। ਉਹ ਕੀ ਬਣ ਗਿਆ, X ਨੈਗੇਟਿਵ ਗੈਸ਼ੀਅਸ। ਹੁਣ ਜਿੰਨੀਆਂ ਵੀ ਰਿਡੋਕਸ ਰਿਐਕਸ਼ਨਸ ਹੈ ਉਹ ਕਿਹਦੇ ਵਿੱਚ ਹੁੰਦੀਆਂ, ਪਾਣੀ ਦੇ ਵਿੱਚ ਹੁੰਦੀਆਂ, ਜਾਣੀ ਕਿ ਐਕੁਅਸ ਮੀਡੀਅਮ ਦੇ ਵਿੱਚ। ਤੇ ਜਦੋਂ ਕੋਈ ਪਾਣੀ ਦੇ ਨਾਲ ਸਰਾਊਂਡ ਹੁੰਦਾ ਤਾਂ ਐਨਰਜੀ ਜਿਹੜੀ ਰਿਲੀਜ਼ ਹੁੰਦੀ ਹੈ ਦੈਟ ਇਜ਼ ਕਾਲਡ ਐਜ਼ ਹਾਈਡਰੇਸ਼ਨ ਇੰਥੈਲਪੀ। ਤਾਂ ਉਹ ਕੀ ਫਾਰਮ ਹੋ ਜਾਂਦਾ, X ਨੈਗੇਟਿਵ ਐਕੁਅਸ। ਸਮਝ ਗਏ। ਹੁਣ ਕੌਣ ਜਿਹੜਾ ਹੁਣ ਜਿਹੜੀ ਆਕਸੀਡਾਈਜ਼ਿੰਗ ਪਾਵਰ ਹੈ, ਜਿਹੜੀ ਇਨ ਜਨਰਲ ਜਿਹੜੀ ਆਕਸੀਡਾਈਜ਼ਿੰਗ ਪਾਵਰ ਹੈ ਉਹ ਕਿਹਦੇ ਤੇ ਡਿਪੈਂਡੈਂਟ ਹੈ, ਆਕਸੀਡਾਈਜ਼ਿੰਗ ਪਾਵਰ ਹੈ ਡਿਪੈਂਡਸ ਅਪੋਨ low bond dissociation enthalpy, high negative electron gain enthalpy and high negative hydration enthalpy। ठीक है जी, यानी कि ਜਿਹੜਾ ਸਾਡਾ ਓਵਰਆਲ ਡੈਲਟਾ EX0 ਹੈ, ਸੋ ਦੈਟ ਜਿਹੜਾ ਇਲੈਕਟ੍ਰੋਡ ਪੋਟੈਂਸ਼ੀਅਲ ਹੈ X2 X ਨੈਗੇਟਿਵ, ਇਹਦਾ ਜਿਹੜਾ ਓਵਰਆਲ ਹੈ ਇਹ ਕੀ ਹੋ ਜੇ, ਸਾਡਾ ਨੈਗੇਟਿਵ ਹੋ ਜੇ। ਠੀਕ ਹੈ ਜੀ। ਲੋ ਬੌਂਡ ਡਿਸੋਸੀਏਸ਼ਨ, ਕਿਉਂਕਿ ਇਹ ਤਾਂ ਪੋਜ਼ਿਟਿਵ ਹੁੰਦੀ ਹੈ, ਜਿੰਨੀ એનર્ਜੀ ਲੱਗੂਗੀ ਆਪਾਂ ਨੂੰ ਓਵਰਆਲ ਨੈਗੇਟਿਵ ਚਾਹੀਦਾ ਹੈ। ਸੋ ਲੋ ਬੌਂਡ ਡਿਸੋਸੀਏਸ਼ਨ ਇੰਥੈਲਪੀ ਯਾਨੀ ਕਿ ਪੋਜ਼ਿਟਿਵ ਵਾਲਾ ਘਟ ਗਿਆ ਤੇ ਇਹਨਾਂ ਦੋਵਾਂ ਦਾ ਨੈਗੇਟਿਵ ਜ਼ਿਆਦਾ ਹੋਣ ਕਰਕੇ ਸਾਡਾ ਓਵਰਆਲ ਕੀ ਹੋ ਗਿਆ, ਨੈਗੇਟਿਵ। ਹੁਣ ਜਿਹੜਾ F2 ਹੈ, F2 ਹੈਜ਼ ਲੋ ਬੌਂਡ ਡਿਸੋਸੀਏਸ਼ਨ ਇੰਥੈਲਪੀ, ਉਹਦਾ ਹੈਗਾ ਲੋ ਇਲੈਕਟ੍ਰੋਨ ਗੇਨ ਇੰਥੈਲਪੀ ਬਟ ਹਾਈ ਹਾਈਡਰੇਸ਼ਨ ਇੰਥੈਲਪੀ। ਹਾਈ ਹਾਈਡਰੇਸ਼ਨ ਇੰਥੈਲਪੀ ਕਰਕੇ ਇਟ ਐਕਟਸ ਐਜ਼ ਸਟਰੋਂਗ ਆਕਸੀਡਾਈਜ਼ਿੰਗ ਏਜੰਟ। ਯਾਨੀ ਕਿ ਜੇ ਆਪਾਂ ਗੱਲ ਕਰੀਏ F2 ਕਿਸੇ ਵੀ, ਜਿਵੇਂ F2 ਤੋਂ ਜਿਹਨੇ ਥੱਲੇ ਹੈ, ਜਿਵੇਂ F2 F ਹੈ, Cl ਹੈ, Br ਹੈ ਤੇ I ਹੈ। F ਇਹਨਾਂ ਸਾਰਿਆਂ ਨੂੰ ਆਕਸੀਡਾਈਜ਼ ਕਰ ਸਕਦਾ ਹੈ, Cl ਇਹਨਾਂ ਦੋਵਾਂ ਨੂੰ ਆਕਸੀਡਾਈਜ਼ ਕਰ ਸਕਦਾ ਹੈ, Br ਇਹਨੂੰ ਆਕਸੀਡਾਈਜ਼ ਕਰ ਸਕਦਾ ਹੈ। ਯਾਨੀ ਕਿ 2Cl ਨੈਗੇਟਿਵ F2 will be able to oxidize Br negative, F2 will be able to oxidize 2I negative। तो कादे विच चेंज हो जाएगा, वो आप चेंज हो जाऊगा 2F नेगेटिव 2F नेगेटिव 2F नेगेटिव तो Cl नेगेटिव नू ऑक्सीडाइज कर दूगा Cl2 Br2 ते I2। उधरों जिहड़ा Cl2 है विल ओनली बी एबल टू ऑक्सीडाइज Br नेगेटिव टू 2 Cl नेगेटिव प्लस Br2 Cl2 plus 2I negative, it will be able to oxidize 2I negative to I2 and itself reduce to Cl negative। ठीक है। हुण जिहड़ा Br है, Br2 है will only be able to oxidize 2I negative, that will form 2 Br negative plus I2। I जिहड़ा I2 है will not be able to oxidize, तो जिहड़ा I2 है will not be able to oxidize any halide ion।
सो दैट मीनस ਜਿਹੜਾ I2 है वो की हो गया weakest oxidizing agent. It will be the weakest oxidizing agent. आई होप मैं पॉइंट क्लीयर कर दिता. सो दैट मीनस ਜਿਹੜਾ ਉੱਪਰ ਵਾਲਾ ਹੈਲੋਜਨ ਹੈ ਉਹ ਨੀਚੇ ਵਾਲੇ ਐਨਾਇਨਸ ਨੂੰ ਆਕਸੀਡਾਈਜ਼ ਕਰ ਸਕਦਾ ਹੈ. ਜਿਹੜਾ ਸਭ ਤੋਂ ਨਿਚਲਾ ਹੈਲੋਜਨ ਹੈ ਉਹ ਉੱਪਰ ਵਾਲੇ ਐਨਾਇਨਸ ਨੂੰ ਆਕਸੀਡਾਈਜ਼ ਨਹੀਂ ਕਰ ਸਕਦਾ. ਹੁਣ ਜੇ ਆਪਾਂ ਜੇ I2 ਵੀਕੈਸਟ ਆਕਸੀਡਾਈਜ਼ਿੰਗ ਹੈ, ਇਹਦਾ ਜਿਹੜਾ ਕੋਰਸਪੋਂਡਿੰਗ ਐਨਾਇਨ ਹੋਊਗਾ ਉਹ ਇੱਕ ਸਟਰੋਂਗ ਰਿਡਿਊਸਿੰਗ ਏਜੰਟ ਹੋਊਗਾ, ਕਿਉਂਕਿ I2 ਚੇਂਜ ਹੋਣਾ ਨਹੀਂ ਚਾਹੁੰਦਾ, I2 ਰਹਿਣਾ ਚਾਹੁੰਦਾ ਹੈ. ਮੇਰੀ ਗੱਲ ਸਮਝ ਆ ਗਈ. ਬਟ ਇਹਦੇ ਵਿੱਚ ਜਿਹੜਾ I ਨੈਗੇਟਿਵ ਹੈ, I ਨੈਗੇਟਿਵ ਵਿਲ ਚੇਂਜ ਟੂ I2 ਕੁਇਕਲੀ, ਜਿਹਦੇ ਕਰਕੇ ਇਟ ਵਿਲ ਐਕਟ ਐਜ਼ ਅ ਸਟਰੋਂਗ ਰਿਡਿਊਸਿੰਗ ਏਜੰਟ ਐਂਡ ਜਿਹੜਾ F ਨੈਗੇਟਿਵ ਹੈ ਵਿਲ ਬੀ ਅ ਵੀਕ ਰਿਡਿਊਸਿੰਗ ਏਜੰਟ. ਯਾਨੀ ਕਿ ਦੇਖੋ ਜੇ F2 ਇੱਕ ਸਟਰੋਂਗ ਆਕਸੀਡਾਈਜ਼ਿੰਗ ਏਜੰਟ ਹੈ, then F negative will be a weak reducing agent ਉਹਦਾ corresponding. ਜੇ I2 ਇੱਕ weakest oxidizing agent ਹੈ, then ਜਿਹੜਾ ਉਹਦਾ corresponding anion ਹੈ that will be the strongest reducing agent. ਆਹ ਚੀਜ਼ ਯਾਦ ਰੱਖਣੀ. ਸਮਝ ਗਏ? ਆਈ ਹੋਪ ਇਹ ਕਲੀਅਰ ਹੈ. ਯੂਜੂਅਲੀ ਵਾਰ-ਵਾਰ ਤੁਹਾਨੂੰ ਦੇਖਣਾ ਪੈਣਾ, ਫਿਰ ਤੁਹਾਨੂੰ ਸਮਝ ਆਊਗਾ what I am trying to say. ਨੈਕਸਟ ਜਿਹੜਾ ਹੈਗਾ ਜੀ, ਨੈਕਸਟ ਹੈਗਾ ਅਨੋਮਲਸ ਬਿਹੇਵੀਅਰ ਆਫ ਫਲੋਰੀਨ. ਯਾਨੀ ਕਿ ਫਲੋਰੀਨ ਬਾਕੀਆਂ ਨਾਲੋਂ ਡਿਫਰੈਂਟ ਬਿਹੇਵੀਅਰ ਕਿਉਂ ਸ਼ੋ ਕਰਦਾ ਹੈ, ਕਿਹੜਾ ਬਿਹੇਵੀਅਰ ਸ਼ੋ ਕਰਦਾ ਉਹ ਆਪਾਂ ਦੇਖ ਲੈਂਦੇ ਹਾਂ. ਆਇਓਨਾਈਜੇਸ਼ਨ ਐਨਰਜੀ, ਇਲੈਕਟ੍ਰੋਨੈਗੇਟਿਵਿਟੀ ਤੇ ਇਲੈਕਟ੍ਰੋਡ ਪੋਟੈਂਸ਼ੀਅਲਸ, ਇਹ ਸਾਰੇ ਕੁਝ ਜ਼ਿਆਦਾ ਹੀ ਹਾਈ ਹੈ ਐਜ਼ ਕੰਪੇਅਰ ਟੂ ਅਦਰਸ. ਉਹਨਾਂ ਦੀ ਆਇਓਨਿਕ ਤੇ ਕੋਵਲੈਂਟ ਰੇਡੀਆਈ ਫਲੋਰੀਨ ਦਾ, ਮੈਟੈਲਿਕ ਤੇ ਬੋਇਲਿੰਗ ਪੁਆਇੰਟ ਤੇ ਇਲੈਕਟ੍ਰੋਨ ਗੇਨ ਐਂਥੈਲਪੀ ਆਰ ਲੋਅਰ ਦੈਨ ਦੀ ਐਕਸਪੈਕਟਡ. Most of the reactions of fluorine are exothermic due to small and strong bond formed by it with other elements. Fluorine forms only one oxo acid, वो हैगा HOF, but ਜਿਹੜੇ ਬਾਕੀ ਹੈਲੋਜਨਸ ਹੈ ਉਹ ਬਹੁਤ ਜ਼ਿਆਦਾ ऑक्सो एसिड्स ਬਣਾਉਂਦੇ ਹੈ. ਫਿਰ ਜਿਹੜਾ ਹਾਈਡਰੋਜਨ ਫਲੋਰਾਈਡ ਹੈ, ਇਟਸ ਅ ਲਿਕੁਇਡ ਵਿਦ ਬੋਇਲਿੰਗ ਪੁਆਇੰਟ ਆਫ 293 ਕੈਲਵਿਨ, whereas ਦੂਸਰੇ ਹੈਲਾਈਡਸ ਸਾਰੇ ਗੈਸਿਸ ਹੈ. ਕਿਉਂ? ਕਿਉਂਕਿ HF 'ਚ ਹਾਈਡਰੋਜਨ ਬੌਂਡਿੰਗ ਹੁੰਦੀ ਹੈ, ਬਾਕੀਆਂ ਦੇ ਵਿੱਚ ਹਾਈਡਰੋਜਨ ਬੌਂਡਿੰਗ ਨਹੀਂ ਹੁੰਦੀ. ਹੁਣ ਉਹ ਕਿਉਂ ਸ਼ੋ ਕਰਦਾ ਹੈ? ਸਮੋਲ ਸਾਈਜ਼ ਕਰਕੇ, ਹਾਈ ਇਲੈਕਟ੍ਰੋਨੈਗੇਟਿਵਿਟੀ ਕਰਕੇ, ਐਬਸੈਂਸ ਆਫ ਵੇਕੈਂਟ ਡੀ ਆਰਬਿਟਲਸ ਤੇ ਲੋ ਬੌਂਡ ਡਿਸੋਸੀਏਸ਼ਨ ਆਫ ਫਲੋਰੀਨ. ਹੁਣ ਵਾਰੀ ਆਉਂਦੀ ਹੈ ਕੈਮੀਕਲ ਪ੍ਰੋਪਰਟੀਜ਼ ਆਫ ਗਰੁੱਪ 17. ਹੈਲੋਜਨ ਸਭ ਤੋਂ ਜ਼ਿਆਦਾ ਰਿਐਕਟਿਵ ਹੈ ਤੇ ਫਲੋਰੀਨ ਸਭ ਤੋਂ ਜ਼ਿਆਦਾ ਰਿਐਕਟਿਵ ਹੈ ਹੈਲੋਜਨਸ ਦੇ ਵਿੱਚੋਂ, ਜਿਸ ਕਰਕੇ ਉਸ ਨੂੰ ਆਪਾਂ ਸੁਪਰ ਹੈਲੋਜਨ ਵੀ ਕਹਿੰਦੇ ਹਾਂ. ਜਿਹੜੀ ਰਿਐਕਟਿਵਿਟੀ ਆਫ ਹੈਲੋਜਨਸ ਹੈ ਉਹ ਡਿਪੈਂਡ ਕਰਦੀ ਹੈ ਬੌਂਡ ਡਿਸੋਸੀਏਸ਼ਨ ਐਂਥੈਲਪੀ ਤੇ ਹਾਈ ਇਲੈਕਟ੍ਰੋਨ ਅਫਿਨਿਟੀ, ਯਾਨੀ ਕਿ ਜਿੰਨਾ ਈਜ਼ੀਲੀ ਬੌਂਡ ਟੁੱਟ ਜੂਗਾ ਤੇ ਜਿੰਨਾ ਈਜ਼ੀਲੀ ਉਹ ਇਲੈਕਟ੍ਰੋਨ ਗੇਨ ਕਰੂਗਾ ਉਨਾ ਜ਼ਿਆਦਾ ਉਹ ਰਿਐਕਟਿਵ ਹੋਊਗਾ. F2 ਦੀ ਲੋ ਬੌਂਡ ਡਿਸੋਸੀਏਸ਼ਨ ਐਂਥੈਲਪੀ ਹੈ ਤਾਂ ਈਜ਼ੀਲੀ ਇਲੈਕਟ੍ਰੋਨ ਗੇਨ ਕਰਦਾ ਹੈ, ਇਸ ਕਰਕੇ F2 ਸਭ ਤੋਂ ਜ਼ਿਆਦਾ ਰਿਐਕਟਿਵ ਹੈ ਤੇ I2 ਸਭ ਤੋਂ ਘੱਟ ਰਿਐਕਟਿਵ ਹੈ. ਜਿਹੜਾ ਫਲੋਰੀਨ ਹੈ ਫਾਰਮ ਕੰਪਾਊਂਡਸ ਵਿਦ ਆਲ ਅਦਰ ਐਲੀਮੈਂਟਸ ਅੰਡਰ ਐਪਰੋਪਰੀਏਟ ਕੰਡੀਸ਼ਨ. ਸਾਰੇ ਪੀਰੀਓਡਿਕ ਟੇਬਲ ਦੇ ਸਾਰੇ ਜਿੰਨੇ ਐਲੀਮੈਂਟਸ ਹੈ ਉਹਨਾਂ ਨਾਲ ਫਲੋਰੀਨ ਰਿਐਕਟ ਕਰਦਾ ਹੈ ਐਕਸੈਪਟ ਹੀਲੀਅਮ, ਆਰਗਨ ਤੇ ਨੀਓਨ. Due to high electronegativity of fluorine, it brings out the highest oxidation state. ਕਿਸੇ ਵੀ ਐਲੀਮੈਂਟ ਦੇ ਜੇ ਨਾਲ ਉਹ ਪ੍ਰੈਜ਼ੈਂਟ ਹੈ ਤਾਂ ਫਲੋਰੀਨ ਇੰਨੀ ਕੈਪੇਬਿਲਿਟੀ ਰੱਖਦਾ ਕਿ ਉਹ ਐਲੀਮੈਂਟ ਆਪਣੀ ਹਾਈਐਸਟ ਆਕਸੀਡੇਸ਼ਨ ਸਟੇਟ ਸ਼ੋ ਕਰ ਸਕੇ. ਹੁਣ ਆਪਾਂ ਗੱਲ ਕਰਨੀ ਹੈ ਹੈਲੋਜਨਸ ਦੀ ਰਿਐਕਟਿਵਿਟੀ ਟੂਵਰਡਸ ਆਕਸੀਜਨ. ਹੈਲੋਜਨਸ ਆਕਸੀਜਨ ਦੇ ਨਾਲ ਰਿਐਕਟ ਕਰਕੇ ਆਕਸਾਈਡਸ ਬਣਾਉਂਦੇ ਆ ਬਟ ਉਹ ਜ਼ਿਆਦਾਤਰ ਅਨਸਟੇਬਲ ਹੁੰਦੇ ਆ. ਹੈਲੋਜਨਸ ਐਕਸੈਪਟ ਫਲੋਰੀਨ ਡੂ ਨਾਟ ਕੰਬਾਈਨ ਵਿਦ ਆਕਸੀਜਨ ਡਾਇਰੈਕਟਲੀ. ਸਾਨੂੰ ਸਪੈਸ਼ਲ ਕੰਡੀਸ਼ਨਸ ਚਾਹੀਦੀਆਂ. ਹੁਣ ਸਭ ਤੋਂ ਪਹਿਲਾ ਹੈਲੋਜਨ ਦੇਖਦੇ ਹਾਂ ਫਲੋਰੀਨ, ਜਿਹੜਾ ਕਿ ਦੋ ਆਕਸਾਈਡਸ ਬਣਾਉਂਦਾ ਹੈ OF2 ਐਂਡ O2F2. ਫਲੋਰੀਨ ਜਦੋਂ ਆਕਸੀਜਨ ਦੇ ਨਾਲ ਰਿਐਕਟ ਕਰਦਾ ਆਪਾਂ ਉਹਨਾਂ ਨੂੰ ਫਲੋਰੀਨ ਆਕਸਾਈਡਸ ਨਹੀਂ ਕਹਿਣਾ, ਆਪਾਂ ਉਹਨਾਂ ਨੂੰ ਆਕਸੀਜਨ ਫਲੋਰਾਈਡਸ ਕਹਿਣਾ. ਕਿਉਂ? ਕਿਉਂਕਿ ਫਲੋਰੀਨ ਆਕਸੀਜਨ ਨਾਲੋਂ ਜ਼ਿਆਦਾ ਰਿਐਕਟਿਵ ਹੈ. ਇਸ ਕਰਕੇ ਜੇ ਉਹ ਜ਼ਿਆਦਾ ਰਿਐਕਟਿਵ ਜਿਹੜਾ ਜ਼ਿਆਦਾ ਇਲੈਕਟ੍ਰੋਨੈਗੇਟਿਵ ਹੋਵੇ ਉਹਦੇ ਪਿੱਛੇ ਆਈਡ ਆਉਂਦਾ ਤੇ ਜੇ ਆਪਾਂ ਫਲੋਰੀਨ ਤੇ ਆਕਸੀਜਨ ਨੂੰ ਕੰਪੇਅਰ ਕਰੀਏ ਫਲੋਰੀਨ ਜ਼ਿਆਦਾ ਇਲੈਕਟ੍ਰੋਨੈਗੇਟਿਵ ਹੈ, ਇਸ ਕਰਕੇ ਫਲੋਰਾਈਡ ਬਾਅਦ ਚ ਆਊਗਾ.
तो ਇਹਦਾ ਨਾਮ ਕੀ ਹੋ ਗਿਆ ਆਕਸੀਜਨ ਫਲੋਰਾਈਡ। ਵੈਰੀ ਇੰਪੋਰਟੈਂਟ ਕੁਐਸਚਨਸ ਕਿ ਜਿਹੜੇ ਆਕਸਾਈਡਸ ਆਫ ਫਲੋਰੀਨ ਹੈ ਵਾਈ ਦੇ ਆਰ ਨॉट ਕॉल्ड ਐਜ਼ fluorine oxides but they are called as oxygen fluorides. Why? Because fluorine is more electronegative than oxygen. ਹੁਣ ਜੇ ਆਪਾਂ ਇਹਨਾਂ ਦੀ ਗੱਲ ਕਰੀਏ ਇਹ ਜਿਹੜੇ ਆਕਸਾਈਡਸ ਹੈ ਉਹਨਾਂ ਵਿੱਚੋਂ ਸਿਰਫ OF2 ਥਰਮਲੀ ਸਟੇਬਲ ਹੈ ਐਟ 298 ਕੈਲਵਿਨ ਤੇ both are strong fluorinating agents ਕਿਉਂਕਿ ਉਹ ਅਨਸਟੇਬਲ ਹੈ ਤੇ ਫਲੋਰੀਨ ਰਿਲੀਜ਼ ਕਰਦੇ ਹੈ। ਜੇ ਆਪਾਂ O2F2 ਦੀ ਗੱਲ ਕਰੀਏ O2F2 oxidizes Pu to PuF6 and the reaction is used in removing Pu मतलब O2F2 ਦਾ यूज़ कित्थे है मतलब अपना फ्लोरीन प्रोवाइड कर दिंदा है Pu ਨੂੰ। ठीक है जी। नैक्सट हैगा जिहड़ा O2F2 है ये आइसोस्ट्रक्चरल है विद H2O2 इट हैज़ एन ओपन बुक लाइक स्ट्रक्चर। हाइड्रोजन परऑक्साइड का स्ट्रक्चर है सेम O2F2 का स्ट्रक्चर है। ਹੁਣ ਜੇ ਆਪਾਂ ਕਲੋਰੀਨ ਦੀ ਗੱਲ ਕਰੀਏ ਕਲੋਰੀਨ ਨੰਬਰ ਆਫ ਆਕਸਾਈਡਸ ਫਾਰਮ ਕਰਦਾ ਹੈ ਫੋਰ ਐਗਜ਼ਾਮਪਲ Cl2O Cl2O3 ClO2 Cl2O6 Cl2O7 ਜਿਵੇਂ ਇਹਦੇ ਵਿੱਚ ਇਹਦੀ +1 ਹੈ ਇਹਦੇ ਵਿੱਚ ਇਹਦੀ +3 ਹੈ ਇਹਦੇ ਵਿੱਚ ਇਹਦੀ +4 ਹੈ ਇਹਦੇ ਵਿੱਚ ਇਹਦੀ +6 ਹੈ ਇਹਦੇ ਵਿੱਚ ਇਹਦੀ +7 ਹੈ। ਸੋ ਇਟ ਐਗਜ਼ਿਬਿਟਸ ਅ ਨੰਬਰ ਆਫ ਆਕਸੀਡੇਸ਼ਨ ਸਟੇਟਸ ਜਿਨ੍ਹਾਂ ਵਿੱਚੋਂ Cl2O Cl2O Cl2O6 ਐਂਡ Cl2O7 ਦੇ ਆਰ ਹਾਈਲੀ ਰਿਐਕਟਿਵ ਐਂਡ ਦੇ ਆਰ ਆਕਸੀਡਾਈਜ਼ਿੰਗ ਏਜੰਟਸ ਕਿਉਂਕਿ ਇਹ ਜਿਹੜੇ ਆਕਸੀਜਨ ਨਾਲ ਪ੍ਰੈਜ਼ੈਂਟ ਹੈ ਤੇ ਆਕਸੀਜਨ ਜ਼ਿਆਦਾ ਕੁਆਂਟੀਟੀ 'ਚ ਹੈ ਤਾਂ ਜਿਨ੍ਹਾਂ ਦੇ ਵਿੱਚ ਆਕਸੀਜਨ ਜ਼ਿਆਦਾ ਕੁਆਂਟੀਟੀ 'ਚ ਹੁੰਦਾ ਹੈ ਦੇ ਵਿਲ ਐਕਟ ਐਜ਼ ਆਕਸੀਡਾਈਜ਼ਿੰਗ ਏਜੰਟ ਐਂਡ ਦੇ ਟੈਂਡ ਟੂ ਐਕਸਪਲੋਡ। ਹੁਣ ClO2 ਦੀ ਗੱਲ ਕਰੀਏ ਦੈਟਸ ਵੈਰੀ ਵੈਰੀ ਇੰਪੋਰਟੈਂਟ। ClO2 ਐਕਟਸ ਐਜ਼ ਅ ਬਲੀਚਿੰਗ ਏਜੰਟ। ब्लीचिंग एजेंट यानी कि ऑक्सीजन प्रोवाइड करता है फॉर पेपर पल्प एंड टैक्सटाइल्स एंड इज़ यूजड इन वाटर ट्रीटमेंट। ਜਿਹੜਾ ClO2 ਹੈ ਉਹ ਫਾਰਮ ਕਿਵੇਂ ਹੁੰਦਾ ਹੈ ਜਦੋਂ ਆਪਾਂ H2SO4 ਨੂੰ ਪਾਸ ਕਰਦੇ ਹਾਂ ਕਲੋਰੇਟ ਤੋਂ KClO3 ਦੇ ਵਿੱਚ ਕਾਫੀ ਜ਼ਿਆਦਾ ਆਕਸੀਜਨ ਦਾ ਕੰਟੈਂਟ ਹੈ। ਸੋ ਵੈਨ ਇਟ ਰਿਐਕਟਸ ਵਿਦ H2SO4 ਇਟ ਫਾਰਮਸ KHSO4 HClO4 perchloric acid this is called as perchloric acid and ClO2 is formed। ਹੁਣ ਜੇ ਆਪਾਂ ਬ੍ਰੋਮੀਨ ਆਕਸਾਈਡਸ ਦੀ ਗੱਲ ਕਰੀਏ ਬ੍ਰੋਮੀਨ ਆਕਸਾਈਡਸ ਦੇ ਵਿੱਚ ਕਿਹੜੇ ਹੈ Br2O BrO2 ਤੇ BrO3 ਸਾਰੇ ਹੈਲੋਜਨਸ ਦੇ ਵਿੱਚੋਂ ਬ੍ਰੋਮੀਨ ਸਭ ਤੋਂ ਘੱਟ ਲੀਸਟ ਸਟੇਬਲ ਆਕਸਾਈਡਸ ਬਣਾਉਂਦਾ ਹੈ ਐਂਡ ਦੇ ਐਗਜ਼ਿਸਟ ਓਨਲੀ ਐਟ ਲੋ ਟੈਂਪਰੇਚਰ। ਤੇ ਜਦੋਂ ਉਹ ਘੱਟ ਸਟੇਬਲ ਹੈ ਦੈਟ ਮੀਨਸ ਦੇ ਵਿਲ ਐਕਟ ਐਜ਼ ਪਾਵਰਫੁਲ ਆਕਸੀਡਾਈਜ਼ਿੰਗ ਏਜੰਟਸ। Now if we talk about oxides of iodine they are I2O4 I2O5 and I2O5 only. So these are insoluble solids. They are insoluble solids and they decompose on heating. I2O5 is a good oxidizing agent and is used in the estimation of CO. I2O5 CO कितना है वो रिएक्ट करके कार्बन डाइऑक्साइड बना दूगा तो I2 दिस कैन बी यूज्ड फॉर द एस्टिमेशन ऑफ CO यानी कि कितना आयोडीन बनया है वो कौन देगा इनडायरैक्टली जिन्ना I2O5 रिएक्ट करूगा CO दे नाल एंड दिस कैन बी कैलकुलेटेड। I2O5 दा स्ट्रक्चर की है इट कंसिस्ट ऑफ 2 IO3 पिरामिडल यूनिट्स जॉइंड थ्रू कॉमन ऑक्सीजन एटम। सो आ ओदा स्ट्रक्चर राइट। हुण नैक्सट जे आपां गल करिए नैक्सट वी टॉक अबाउट हुण इन्हां विचों किहड़ा ज़्यादा स्टेबल है। इन ऑक्साइड्स ऑफ क्लोरीन ब्रोमीन आयोडीन एसिडिक करैक्टर इंक्रीजेज विद इंक्रीज इन दी परसेंटेज ऑफ ऑक्सीजन इन दैम यानी कि सारे जे ऑक्साइड्स आपां कंपेयर करिए जे क्लोरीन दे ऑक्साइड्स कंपेयर करिए क्लोरीन जिहदे विच हाईएस्ट ऑक्सीडेशन स्टेट शो करूगा वो ज़्यादा एसिडिक है। ये तो कॉमन इनऑर्गेनिक दा प्रिंसीपल है। ਹੁਣ ਜੇ ਆਪਾਂ ਸਟੇਬਿਲਿਟੀ ਆਫ ਆਕਸਾਈਡਸ ਕਰੀਏ ਸਭ ਤੋਂ ਜ਼ਿਆਦਾ ਸਟੇਬਲ ਆਕਸਾਈਡਸ ਹੈਗੇ ਆਇਓਡੀਨ ਦੇ ਫਿਰ ਕਲੋਰੀਨ ਦੇ ਤੇ ਸਭ ਤੋਂ ਘੱਟ ਸਟੇਬਲ ਨੇਗੇ ਬ੍ਰੋਮੀਨ ਦੇ। ਐਸਾ ਕਿਉਂ? I ਤੇ O ਦਾ ਬੌਂਡ ਸਟੇਬਲ ਹੈ ਡਿਊ ਟੂ ਗ੍ਰੇਟਰ ਪੋਲੈਰਿਟੀ ਆਫ ਦੀ ਬੌਂਡ। I ਦਾ ਸਾਈਜ਼ ਬਹੁਤ ਵੱਡਾ ਹੈ O ਦਾ ਘੱਟ ਹੈ। I ਬਹੁਤ ਘੱਟ ਇਲੈਕਟ੍ਰੋਨੈਗੇਟਿਵ ਹੈ O ਜ਼ਿਆਦਾ ਇਲੈਕਟ੍ਰੋਨੈਗੇਟਿਵ ਹੈ। ਇਸ ਕਰਕੇ ਇਹਨਾਂ ਦੇ ਵਿੱਚ ਜਿਹੜੀ ਪੋਲੈਰਿਟੀ ਹੈ ਜਿਹੜੀ ਡਾਈਪੋਲ ਮੂਵਮੈਂਟ ਹੈ ਉਹ ਜ਼ਿਆਦਾ ਹੋਊਗੀ ਜਿਹਦੇ ਕਰਕੇ ਬੌਂਡ ਸਟਰੋਂਗ ਹੋਊਗਾ ਤੇ ਜਦੋਂ ਬੌਂਡ ਸਟਰੋਂਗ ਹੋ ਗਿਆ ਦੈਟ ਮੀਨਸ ਉਹ ਸਟੇਬਲ ਹੋ ਗਿਆ। ਜੇ ਆਪਾਂ Cl ਤੇ O ਦਾ ਬੌਂਡ ਵੇਖੀਏ ਉਹ ਸਟੇਬਲ ਕਿਉਂ ਹੈ ਕਿਉਂਕਿ ਜਿਹੜਾ Cl ਤੇ O ਦੇ ਵਿਚਕਾਰ ਡਬਲ ਬੌਂਡ ਬਣਦਾ ਹੈ ਮਲਟੀਪਲ ਬੌਂਡ ਬਣ ਰਿਹਾ ਹੈ। तो when Cl ਤੇ O ਜਦੋਂ ਮਲਟੀਪਲ ਬੌਂਡ ਬਣਾ ਰਹੇ ਆ then also the bond is strong and they are using their d orbitals
ਬ੍ਰੋਮੀਨ ਦੇ ਵਿੱਚ ਇਹਨਾਂ ਦੋਵਾਂ ਵਿੱਚੋਂ ਕੋਈ ਵੀ ਪ੍ਰੋਪਰਟੀ ਨਹੀਂ ਹੈਗੀ, ਇਸ ਕਰਕੇ ਉਹਦੇ ਜਿਹੜੇ ਆਕਸਾਈਡਸ ਹੈ ਉਹ ਘੱਟ ਸਟੇਬਲ ਹੈ। ਬ੍ਰੋਮੀਨ ਦੇਖੋ, ਬ੍ਰੋਮੀਨ ਦਾ ਸਾਈਜ਼ ਵੱਡਾ ਹੋਣ ਕਰਕੇ ਆਕਸੀਜਨ ਦੇ ਨਾਲ ਡਬਲ ਬੌਂਡ ਨਹੀਂ ਬਣਾ ਸਕਦਾ, ਬਟ ਬ੍ਰੋਮੀਨ ਦਾ ਸਾਈਜ਼ ਇੰਨਾ ਵੀ ਨਹੀਂ ਵੱਡਾ ਤੇ ਉਹ ਇੰਨਾ ਵੀ ਘੱਟ ਇਲੈਕਟ੍ਰੋਨੈਗੇਟਿਵ ਹੈ ਨਹੀਂ ਕਿ ਉਹ ਜਦੋਂ ਬ੍ਰੋਮੀਨ ਤੇ ਆਕਸੀਜਨ ਨਾਲ ਹੋਵੇ ਤਾਂ ਗ੍ਰੇਟਰ ਪੋਲੈਰਿਟੀ ਹੋਵੇ, ਯਾਨੀ ਕਿ ਬ੍ਰੋਮੀਨ ਦੋਵੇਂ ਪਾਸੋਂ ਮਾਰ ਖਾ ਰਿਹਾ। ਇਜ਼ ਇਟ ਕਲੀਅਰ? ਇੱਦਾਂ ਸਮਝ ਲਓ। ਯੂਜੂਅਲੀ ਜਿਹੜੇ ਹਾਈਐਸਟ ਆਕਸਾਈਡਸ ਹੁੰਦੇ ਆ ਦੇ ਆਰ ਮੋਰ ਸਟੇਬਲ ਦੈਨ ਲੋਅਰ ਆਕਸਾਈਡਸ। ਹੁਣ ਇਹ ਆਪਾਂ ਇੱਕ ਟੇਬਲ ਜਿਹਾ ਬਣਾਇਆ, ਸਮ ਇੰਪੋਰਟੈਂਟ ਆਕਸਾਈਡਸ ਆਫ ਕਲੋਰੀਨ। ਸਭ ਤੋਂ ਪਹਿਲਾਂ Cl2 ਡਾਈਕਲੋਰੀਨ ਮੋਨੋਆਕਸਾਈਡ ਆ, ਉਹਦਾ ਸਟਰਕਚਰ ਹੈ। ਰਿਐਕਸ਼ਨ ਵਿਦ ਵਾਟਰ ਹੈ, ਜਦੋਂ ਕਲੋਰੀਨ ਮੋਨੋਆਕਸਾਈਡ ਵਾਟਰ ਦੇ ਨਾਲ ਰਿਐਕਟ ਕਰਦਾ ਹੈ ਇਟ ਫਾਰਮ ਹਾਈਪੋਕਲੋਰਸ ਐਸਿਡ। ਕਿਵੇਂ? Cl2O dissolves in water giving golden yellow solution of hypochlorous acid HClO। तो ਇਹਨੂੰ ਆਪਾਂ ਕੀ ਕਹਿ ਸਕਦੇ ਹਾਂ, ਜਿਹੜਾ Cl2 ਹੈ ਇਟ ਇਜ਼ ਐਨ ਐਨਹਾਈਡਰਾਈਡ ਆਫ ClO, ਯਾਨੀ ਕਿ ਦੋ ClO ਦੇ ਵਿੱਚੋਂ ਜਦੋਂ ਮਤਲਬ ਵਾਟਰ ਕੱਢ ਦਈਏ HClO, ਦੋ HClO ਦੇ ਵਿੱਚੋਂ ਜੇ ਵਾਟਰ ਕੱਢ ਦਈਏ ਤਾਂ ਕੀ ਬਣ ਜੂਗਾ? Cl2O, ਹੈਂਸ ਇਟ ਇਜ਼ ਦੀ ਐਨਹਾਈਡਰਾਈਡ ਆਫ HClO। ਜੇ ਹੁਣ ਆਪਾਂ ClO2 ਦੀ ਗੱਲ ਕਰੀਏ, ਕਲੋਰੀਨ ਡਾਈਆਕਸਾਈਡ ਜਦੋਂ ਵਾਟਰ ਦੇ ਵਿੱਚ ਰਿਐਕਟ ਕਰਦਾ ਹੈ ਤਾਂ ਇਟ ਫਾਰਮਸ ਕਲੋਰਸ ਐਸਿਡ ਐਂਡ ਕਲੋਰਿਕ ਐਸਿਡ। ਦੈਟ ਮੀਨਸ ਜੇ ਇਹਨਾਂ ਦੋਵਾਂ ਚੋਂ ਪਾਣੀ ਕੱਢ ਦਈਏ ਤਾਂ ਤੁਹਾਡੇ ਕੋਲ ClO2 ਬਣ ਜੂਗਾ, ਹੈਂਸ ਇਟ ਇਜ਼ ਦਾ ਮਿਕਸਡ ਆਕਸਾਈਡ, ਮਿਕਸਡ ਐਨਹਾਈਡਰਾਈਡ ਆਫ HClO3 ਐਂਡ HClO4। ਸਿਮਿਲਰਲੀ ਤੁਹਾਡੇ ਕੋਲ Cl2O6 ਹੈ ਤੇ Cl2O7 ਹੈ, ਆ ਉਹਨਾਂ ਦੇ ਸਟਰਕਚਰਸ ਹੈ। Cl2O6 ਜਦੋਂ ਵਾਟਰ ਨਾਲ ਰਿਐਕਟ ਕਰਦਾ ਇਟ ਫਾਰਮਸ HClO3 ਐਂਡ HClO4। HClO3 ਤੇ HClO4 ਦੇ ਵਿੱਚੋਂ ਜੇ ਪਾਣੀ ਕੱਢ ਦਿਓਗੇ ਤਾਂ ਤੁਹਾਡੇ ਕੋਲ Cl2O6 ਆ ਜਾਊਗਾ, ਇਸ ਕਰਕੇ ਇਟ ਇਜ਼ ਕਾਲਡ ਐਜ਼ ਅ ਮਿਕਸਡ ਐਨਹਾਈਡਰਾਈਡ ਆਫ HClO3 ਐਂਡ HClO4। ਨੈਕਸਟ ਹੈਗਾ ਤੁਹਾਡਾ Cl2O7 ਨੂੰ ਵਾਟਰ 'ਚ ਪਾਓਗੇ ਤੁਹਾਡੇ ਕੋਲ ਪਰਕਲੋਰਿਕ ਐਸਿਡ ਆਊਗਾ। ਪਰਕਲੋਰਿਕ ਐਸਿਡ ਦੇ ਦੋ ਪਰਕਲੋਰਿਕ ਐਸਿਡ ਦੇ ਵਿੱਚੋਂ ਜੇ ਪਾਣੀ ਕੱਢ ਦਿਓਗੇ ਤਾਂ ਤੁਹਾਡੇ ਕੋਲ Cl2O7 ਆ ਜਾਊਗਾ, ਹੈਂਸ ਜਿਹੜਾ Cl2O7 ਹੈ it is called as the anhydride of HClO4. So this was about this. Now we'll talk about the oxo acids of halogens. oxo acids ਆਪਾਂ ਹਰ ਗਰੁੱਪ ਦੇ ਵਿੱਚ ਡਿਸਕਸ ਕੀਤੇ ਹੈ। oxo acids of halogens ਦੇ ਵਿੱਚ ਆਪਣੇ ਕੋਲ ਹੈਗਾ HXO, HXO2, HXO3 and HXO4. At appropriate time we'll discuss about their names. Most of them cannot be isolated in the pure state. They are stable only in aqueous solution or in the form of their salts. In all the oxy acids ਜਾਂ oxo acid the halogen atom is sp3 hybridized. ਹੁਣ ਅਗਲਾ ਪੁਆਇੰਟ ਕੀ ਹੈ, ਫਲੋਰੀਨ ਬਾਰੇ ਗੱਲ ਕਰਦੇ ਹਾਂ। ਫਲੋਰੀਨ ਸਿਰਫ ਇੱਕ ਆਕਸੋ ਐਸਿਡ ਬਣਾਉਂਦਾ ਹੈ HOF, ਜਿਹਨੂੰ ਅਸੀਂ ਫਲੋਰਿਕ 1 ਐਸਿਡ, ਕਿਉਂਕਿ ਇਹਦੇ ਵਿੱਚ ਫਲੋਰੀਨ ਦਾ +1 ਆਕਸੀਡੇਸ਼ਨ ਸਟੇਟ ਆਉਂਦੀ ਹੈ, ਔਰ ਹਾਈਪੋਫਲੋਰਸ ਐਸਿਡ, ਤੇ ਇਹ ਸਟੇਬਲ ਹੈ ਸਿਰਫ ਐਟ ਲੋ ਟੈਂਪਰੇਚਰ ਐਟ 233 ਕੈਲਵਿਨ। ਫਲੋਰੀਨ ਐਸਾ ਕਿਉਂ ਕਰਦਾ ਹੈ? ਬਿਕੋਜ਼ ਉਹ ਹਾਇਰ ਆਕਸੀਡੇਸ਼ਨ ਸਟੇਟ ਸ਼ੋ ਨਹੀਂ ਕਰ ਸਕਦਾ ਡਿਊ ਟੂ ਨॉन ਅਵੇਲੇਬਿਲਿਟੀ ਆਫ ਡੀ ਆਰਬਿਟਲਸ। HOF ਇੱਕ ਕਲਰਲੈਸ ਹੈ ਤੇ ਅਨਸਟੇਬਲ ਗੈਸ ਹੈ। HOF ਡਜ਼ ਨਾਟ ਆਇਓਨਾਈਜ਼ ਇਨ ਵਾਟਰ, ਮਤਲਬ ਇਹ ਸਿਰਫ ਮਤਲਬ ਕਹਿ ਲਓ ਕਿ ਆਈਸੋਲੇਟ ਨਹੀਂ ਕੀਤਾ ਜਾਂਦਾ, ਕਿਉਂਕਿ ਫਲੋਰੀਨ +1 ਨਹੀਂ ਨਾ ਆਕਸੀਡੇਸ਼ਨ ਸਟੇਟ ਸ਼ੋ ਕਰਦਾ, ਜੇ ਕਰਦਾ ਹੈ ਤਾਂ ਉਹ ਬਹੁਤ ਘੱਟ ਟੈਂਪਰੇਚਰ 'ਤੇ ਸ਼ੋ ਕਰਦਾ ਹੈ ਤੇ ਆਈਸੋਲੇਟ ਨਹੀਂ ਕੀਤਾ ਜਾ ਸਕਦਾ। ਜਿਹੜੇ ਬਾਕੀ ਹੈਲੋਜਨਸ ਹੈ ਉਹ ਫਾਰਮ ਕਰਦੇ ਹੈ HOX, HXO2, HXO3, HXO4। HXO ਨੂੰ ਇਨ ਜਨਰਲ ਕਹਿੰਦੇ ਆ ਹਾਈਪੋਹੈਲਸ ਐਸਿਡ, ਤੇ ਜੇ ਉਹਦੇ ਵਿੱਚੋਂ H ਪੋਜ਼ਿਟਿਵ ਕੱਢਦੀ ਤੇ ਜਿਹੜਾ ਐਨਾਇਨ ਰਹਿ ਗਿਆ ਉਹਨੂੰ ਕੀ ਕਹਿੰਦੇ ਆ? ਹਾਈਪੋਹੈਲਾਈਡ ਆਇਨ। ਇਹਦੇ ਵਿੱਚ ਹੈਲੋਜਨ ਪ੍ਰੈਜ਼ੈਂਟ ਹੈ +1 ਆਕਸੀਡੇਸ਼ਨ ਸਟੇਜ। ਨੈਕਸਟ HXO2 ਹੈਲਸ ਐਸਿਡ, ਇਹਦੇ ਵਿੱਚ ਹੈਲੋਜਨ ਪ੍ਰੈਜ਼ੈਂਟ ਹੈ +3 ਆਕਸੀਡੇਸ਼ਨ ਸਟੇਜ। H ਪੋਜ਼ਿਟਿਵ ਜਦੋਂ ਲੂਜ਼ ਕਰਦਾ ਉਹ ਕਿਹੜਾ ਐਨਾਇਨ ਫਾਰਮ ਕਰਦਾ ਹੈ? ਹੈਲਾਈਟ ਆਇਨ। ਨੈਕਸਟ ਹੈਲਿਕ ਐਸਿਡ HXO3, ਇਹਦੇ ਵਿੱਚ X ਪ੍ਰੈਜ਼ੈਂਟ ਹੈ ਇਨ +5 ਆਕਸੀਡੇਸ਼ਨ ਸਟੇਟ। H ਪੋਜ਼ਿਟਿਵ ਜਦੋਂ ਨਿਕਲ ਜਾਂਦਾ ਕਿਹੜਾ ਐਨਾਇਨ ਬਣਦਾ? ਹੈਲੇਟ ਆਇਨ। ਫਿਰ ਹੈਗਾ ਪਰ ਹੈਲਿਕ ਐਸਿਡ, ਇਹਦੇ ਵਿੱਚ X ਪ੍ਰੈਜ਼ੈਂਟ ਹੈ ਇਨ +7 ਆਕਸੀਡੇਸ਼ਨ ਸਟੇਟ। ਤਾਂ ਕਿਹੜਾ ਐਨਾਇਨ ਫਾਰਮ ਕਰਦਾ? ਪਰ ਹੈਲੇਟ ਆਇਨ। ਜਿਵੇਂ ਕਿ ਆਪਾਂ ਹਾਈਪੋਹੈਲਸ ਇਹ ਦੇਖੀਏ, HOCl ਯਾਨੀ ਕਿ ਇਹ ਹੋ ਗਿਆ ਹਾਈਪੋਕਲੋਰਸ ਐਸਿਡ, ਇਹ ਹੋ ਗਿਆ ਹਾਈਪੋਬ੍ਰੋਮਸ, ਹਾਈਪੋਆਇਓਡਸ, ਇਹ ਬਣ ਗਿਆ ਕਲੋਰਸ ਐਸਿਡ, ਇਹ ਬਣ ਗਿਆ ਕਲੋਰਿਕ ਐਸਿਡ,
तो ये बन गया पर क्लोरिक एसिड, ठीक है। सिमिलरली आ बन गया पर ब्रोमिक एसिड, पर आयोडिक एसिड तुसी खुद लिख सकते हो। ये क्लोरिक, ये ब्रोमिक एसिड, ये आयोडिक एसिड, ये हाइपोब्रोमस एसिड, ये हाइपो आयोडस एसिड। हुण जे आपां इन्हां दे एसिडिक नेचर ऑफ ऑक्साइड्स ऑक्सो एसिड्स की गल करिए, ਜਿਹੜੇ ਇਹਨਾਂ ਦੀ ਐਸਿਡਿਕ ਸਟਰੈਂਥ ਹੈ ਉਹ ਡਿਪੈਂਡ ਕਰਦੀ ਹੈ ਟਾਈਪ ਆਫ ਹੈਲੋਜਨ ਤੇ ਉਹਦੀ ਆਕਸੀਡੇਸ਼ਨ ਸਟੇਟ। ਜੇ ਸਭ ਦੀ ਆਕਸੀਡੇਸ਼ਨ ਸਟੇਟ ਸੇਮ ਹੈ ਤਾਂ ਸਭ ਤੋਂ ਜ਼ਿਆਦਾ ਐਸਿਡਿਕ ਹੈਗੇ ਹੈ ਕਲੋਰੀਨ ਦੇ ਤੇ ਸਭ ਤੋਂ ਘੱਟ ਐਸਿਡਿਕ ਹੈ ਬਰੋਮੀਨ ਦੇ। ਐਸਿਡਿਕ ਨੇਚਰ ਡਿਕਰੀਜ਼ਸ ਵਿਦ ਡਿਕਰੀਜ਼ ਇਨ ਇਲੈਕਟ੍ਰੋਨੈਗੇਟਿਵਿਟੀ। ਹੁਣ ਕਲੋਰੀਨ ਸਭ ਤੋਂ ਜ਼ਿਆਦਾ ਇਲੈਕਟ੍ਰੋਨੈਗੇਟਿਵ ਹੈ, ਕਲੋਰੀਨ ਬੀਇੰਗ ਮੋਰ ਇਲੈਕਟ੍ਰੋਨੈਗੇਟਿਵ has greater effective nuclear charge। so जे ਇਹਦੇ ਕੋਲ greater effective nuclear charge है ਤਾਂ ਇਹ ਕੀ ਕਰਦਾ है greater effective nuclear charge। so what does it do? it attracts the कोई भी it attracts the negative species and hence act as strong and hence strong Lewis acid। यही ਹੁੰਦਾ है भी ਜਿਹੜਾ ਨੈਗੇਟਿਵ ਸਪੀਸੀਜ਼ ਨੂੰ ਅਟਰੈਕਟ ਕਰੇ, ਦੈਟਸ ਅ ਸਟਰੋਂਗ ਲੂਇਸ ਐਸਿਡ। ਕਲੋਰੀਨ ਕਿਉਂ ਸਭ ਤੋਂ ਜ਼ਿਆਦਾ ਸਟਰੋਂਗ ਹੈ? ਕਿਉਂਕਿ ਸਭ ਤੋਂ ਜ਼ਿਆਦਾ ਇਲੈਕਟ੍ਰੋਨੈਗੇਟਿਵ ਐਸ ਕੰਪੇਅਰ ਟੂ ਬ੍ਰੋਮੀਨ ਤੇ ਆਇਓਡੀਨ। ਨੈਕਸਟ ਜੇ ਆਪਾਂ ਗੱਲ ਕਰੀਏ, ਜੇਕਰ ਹੁਣ ਸੇਮ ਹੈਲੋਜਨ ਐਟਮ ਹੈ ਤਾਂ ਸਭ ਤੋਂ ਜ਼ਿਆਦਾ ਐਸਿਡਿਕ ਕੌਣ ਹੋਊਗਾ? HClO4। क्यों? क्योंकि ਉਹਦੇ ਵਿੱਚ Cl+7 ਆਕਸੀਡੇਸ਼ਨ ਸਟੇਟ 'ਚ ਹੈ, ਇਹਦੇ ਵਿੱਚ ਇਹ +5 ਹੈ, ਇਹਦੇ ਵਿੱਚ ਇਹ +3 ਹੈ, ਇਹਦੇ ਵਿੱਚ ਇਹ +1 ਹੈ। तो एक थ्योरी की है हायर दी ऑक्सीडेशन स्टेट, हायर दी ऑक्सीडेशन स्टेट ग्रेटर कह लो इफेक्टिव न्यूक्लियर चार्ज, stronger is the इलैक्ट्रॉन अफिनिटी, ठीक है। तो स्ट्रोंगर ओदा लुइस एसिड करैक्टर, स्ट्रोंग लुइस एसिड करैक्टर। तो जिमें जिमें ऑक्सीडेशन स्टेट वधी जाऊगी उवें उवें दा एसिडिक स्ट्रेंथ वधी जाऊगी। एक थ्योरी इहदी ये है। सैकेंड थ्योरी ये है कि जदों HClO4 रिलीज़ करता है H पॉजिटिव, HClO4 जदों रिलीज़ करता है इट फॉर्म्स ClO4 नैगेटिव, ए दा कॉरस्पोंडिंग कॉन्जुगेट बेस होया। जिहड़ा HClO3 है जदों वो लूज़ करता है वो की फॉर्म करता है H पॉजिटिव प्लस ClO3 नैगेटिव। जिहड़ा HClO2 है वो जदों रिलीज़ करता है इट फॉर्म्स ClO2 नैगेटिव, ते जिहड़ा HClO है जदों वो रिलीज़ करता है इट फॉर्म्स H पॉजिटिव प्लस ClO नैगेटिव, ठीक है जी। ClO4 है जिहड़ा वो सब तो ज़्यादा रेजोनेंस स्टेबलाइज्ड है, फिर ClO3 नैगेटिव, फिर ClO2 नैगेटिव ते ClO नैगेटिव। इधर नूं उहदी स्टेबिलिटी इनक्रीज़ हो रही है। स्टेबिलिटी देखो, आह एक बहुत स्टेबल चीज़ बना रहा है। HClO4 H पॉजिटिव लूज़ करके एक काफ़ी ज़्यादा स्टेबल चीज़ बना रहा है। दैट मीनस वो छेती H पॉजिटिव लूज़ करूगा। HClO4 क्यों ज़्यादा स्टेबल है? ClO4 नैगेटिव है इज़ दी मोस्ट रेजोनेंस स्टेबलाइज्ड। क्यों? क्योंकि ये रेजोनेटिंग स्ट्रक्चर सब तो ज़्यादा है। Cl जे आप गल करिए ये सब तो ज़्यादा रेजोनेटिंग स्ट्रक्चर बनते हैं। सब तो ज़्यादा रेजोनेंस तो जो ClO नैगेटिव है इज़ लीस्ट रेजोनेंस स्टेबलाइज्ड, इज़ लीस्ट क्योंकि वो तो सिर्फ इदा ही है, बाकी सारे की ने लोन पेयर, ठीक है। इज़ लीस्ट रेजोनेंस स्टेबलाइज।
तो जिन्ना ज़्यादा ऑक्सीजन कंटेंट होई जाऊगा, जिन्ना ज़्यादा ऑक्सीजन कंटेंट होगा उन्ना ज़्यादा ਉਹਦੀ ऑक्सीडेशन स्टेट होगी, जिन्नी ज़्यादा ਉਹਦੀ ऑक्सीडेशन स्टेट होगी वो ज़्यादा एसिडिक होगा। नैक्सट थ्योरी की है कि जो H पॉजिटिव लूज होंदा है, जिहड़ा कॉन्जुगेट बेस बनया वो ज़्यादा रेजोनेंस स्टेबलाइज्ड है, इस करके ਉਹਦਾ कॉरस्पोंडिंग एसिड ज़्यादा स्ट्रोंग है। नैक्सट जे आपां गल करिए उन्हां दी ऑक्सीडाइजिंग पावर, ऑक्सीडाइजिंग पावर ऑफ द ऑक्सो एसिड्स डिक्रीज विद इंक्रीज इन द ऑक्सीडेशन नंबर। सो दैट मीनस आ सब तो वीकैसट ऑक्सीडाइजिंग एजेंट है, ये सब तो स्ट्रोंगेस्ट ऑक्सीडाइजिंग एजेंट है। ठीक है, ऑक्सीडाइजिंग पावर वो ऑपोजिट है, सब तो ज़्यादा स्ट्रोंगेस्ट ऑक्सीडाइजिंग एजेंट HClO है, तो सब तो वीकैसट हैगा HClO4। ये एसिडिक करैक्टर तो पुट्ठा है। हुण जे आपां इन्हां दी गल करिए थर्मल स्टेबिलिटी दी, फॉर द सेम हैलोजन दी थर्मल स्टेबिलिटी इंक्रीजेज विद इंक्रीज इन दी ऑक्सीडेशन नंबर। HClO4 दे विच सब तो ज़्यादा ऑक्सीडेशन स्टेट है +7, इस करके सब तो ज़्यादा थर्मली स्टेबल है, यानी कि जो सुक्का होवे, जिहड़ी एसिडिक करैक्टर है वो जो गिला होवे, जो पानी विच होवे, ये जो सुक्का होवे, तो ये जिहड़ा सुक्का हैगा तो जो सब तो ज़्यादा स्टेबल कौन है HClO4, तो सब तो ज़्यादा छेती टुटदा कौन है HClO। ठीक है, तो डिफरेंट है जे आप डिफरेंट हैलोजन्स की गल करिए तो HClO सब तो ज़्यादा स्टेबल है, HIO सब तो घट। सब दा थ्योरी सेम है, फॉर द डिफरेंट हैलोजन्स हैविंग सेम ऑक्सीडेशन नंबर द थर्मल स्टेबिलिटी डिक्रीजेज विद इनक्रीज इन द एटॉमिक नंबर। क्यों? क्योंकि I ते O दा बॉन्ड है सब तो वीकैसट है, तो Cl ते O दा बॉन्ड सब तो स्ट्रोंगेस्ट है। हुण जे आपां एक टैबूलर फॉर्म च देखिए, जिवें जिवें ऑक्सीडेशन नंबर वधूगा एसिडिक स्ट्रेंथ वध रही है, थर्मल स्टेबिलिटी इंक्रीज हो रही है, बट ऑक्सीडाइजिंग पावर ਉਹਦੇ ऑपोजिट है। हुण आपां गल करते हैं रिएक्शन विद हाइड्रोजन। ਜਿਹੜੇ भी हैलोजन्स है जो ਉਹਦੇ हाइड्रोजन नाल रिएक्ट करते हैं, HF HCl HBr HI फॉर्म करूगा अंदर डिफरेंट कंडीशनस। आ सारिया कंडीशनस दसियां। H2F2 ਦੇ ਨਾਲ रिएक्ट करता इन दी डार्क टू फॉर्म HF, Cl2 ਦੇ ਨਾਲ इन दी प्रेजेंस ऑफ लाइट टू फॉर्म HCl, Br2 ਦੇ ਨਾਲ अबव 800 Kelvin HBr, ਤੇ ਇਹਦੇ ਵਿੱਚ कैटलिस्ट चाहिए। सो दैट मीन सब तो ईजीली कौन फॉर्म होंदा है HF, कि HF ਦਾ बॉन्ड सब तो स्ट्रोंग होगा, तो HI ਦਾ बॉन्ड सब तो वीक होगा। वेख के ही तुहाडी सारी ਉਹਨਾਂ ਦੀ ਕੈਮਿਸਟਰੀ ਤੁਸੀਂ ਸਟੱਡੀ ਕਰ ਸਕਦੇ ਹੋ। ਹੁਣ ਜੇ ਆਪਾਂ ਉਹਨਾਂ ਦੀ ਪ੍ਰੋਪਰਟੀਜ਼ ਦੀ ਗੱਲ ਕਰੀਏ, ਫਿਜ਼ੀਕਲ ਸਟੇਟ ਦੀ ਗੱਲ ਕਰੀਏ, HF ਲਿਕੁਇਡ ਹੈ ਕਿਉਂਕਿ ਉਹਦੇ ਵਿੱਚ ਇੰਟਰਮੋਲੀਕੂਲਰ ਹਾਈਡਰੋਜਨ ਬੌਂਡਿੰਗ ਹੁੰਦੀ ਹੈ, HCl HBr HI ਦੇ ਵਿੱਚ ਹਾਈਡਰੋਜਨ ਬੌਂਡਿੰਗ ਨਹੀਂ ਹੁੰਦੀ। ਹਾਈਡਰੋਜਨ ਬੌਂਡਿੰਗ ਕਰਕੇ ਇਹਨਾਂ ਦਾ ਜ਼ਿਗਜ਼ੈਗ ਸਟਰਕਚਰ ਹੁੰਦਾ ਇਨ ਦੀ ਸੋਲਿਡ ਸਟੇਟ। ਸੋਲਿਡ ਸਟੇਟ ਦੇ ਵਿੱਚ HF2 ਨੈਗੇਟਿਵ ਆਇਨ ਐਗਜ਼ਿਸਟ ਕਰਦਾ ਹੈ, ਤੇ ਜਿਹੜਾ ਕਿ ਲਿਕੁਇਡ ਦੇ ਵਿੱਚ HF ਐਗਜ਼ਿਸਟ ਕਰਦਾ ਹੈ, बट नॉट इन दी डाइल्यूट एक्वस सोल्यूशन। HF2 एग्जिस्ट होने करके अपने को KHF2 एग्जिस्ट करता है, KHCl2 एग्जिस्ट नहीं करता। ये एक क्वेश्चन आप +1 भी किया सी। नैक्सट जे आप उन्होंने होर हाइड्रोजन हैलाइड्स की गल करिए, बॉयलिंग पॉइंट। बॉयलिंग पॉइंट किदे ते डिपेंड करता है, जिवें आप इत्थों तो इत्थों तक जाइए, ठीक है, HCl to HI, बॉयलिंग पॉइंट इनक्रीज़ हो रहा है। इनक्रीज़ क्यों हो रहा है? क्योंकि मास इनक्रीज़ हो रहा है। मास इनक्रीज़ क्यों हो रहा है? क्योंकि साइज़ इनक्रीज़ हो रहा है, तो वंडरवॉल फोर्सेस इनक्रीज़ हो रहे हैं, ठीक है। बट HF दा स्ट्रोंग क्यों है? एक्सैप्शनली हायर क्यों है? एक्सैप्शनली हायर बॉयलिंग पॉइंट वाई? ड्यू टू हाइड्रोजन बॉन्डिंग। तो मैं वार वार ये करनी है कि जोड़ा बॉयलिंग पॉइंट है वो किदे ते डिपेंड करता है, वंडरवॉल फोर्सिस ते। Cl का साइज़ छोटा है, I का साइज़ वड्डा है। जिमें जिमें साइज़ वध रहा है उवें उवें वंडरवॉल फोर्सिस वधणगे। वंडरवॉल फोर्सिस वधणगे तो बॉयलिंग पॉइंट वधूगा। HF भावें HF का साइज़ सब तो छोटा है, बट ਇਹਦਾ बॉयलिंग पॉइंट क्यों ज़्यादा है? ਉਹਦਾ हाइड्रोजन बॉन्डिंग करके। नैक्सट प्रॉपर्टी हैगी है डायपोल मोमेंट। ऑर्डर ऑफ डायपोल मोमेंट की है? HF सब तो ज़्यादा डायपोल मोमेंट रखता है एज़ कंपेयर टू HI, क्योंकि H ते F दे विच इलैक्ट्रोनैगेटिविटी डिफरेंस बहुत ज़्यादा है। F हाईली इलैक्ट्रोनैगेटिव है, तो जिन्ना दो एटम्स दे विच इलैक्ट्रोनैगेटिविटी डिफरेंस होगा उन्ना ज़्यादा वो डायपोल मोमेंट रखता है।
परसेंटेज आयोनिक करैक्टर भी इसे ते डिपेंड करता है, जिन्ना ज़्यादा इलैक्ट्रोनैगेटिविटी डिफरेंस उन्ना ज़्यादा आयोनिक करैक्टर। आई नैगेटिव सब तो ज़्यादा कोवलेंट इस करके है क्योंकि आई का साइज़ बहुत वड्डा है, आई का साइज़ वड्डा होने करके ये ईजिली पोलराइज हो जाता है, फजान्स रूल जे आपां गल करिए, जिहदे करके इहदी इलैक्ट्रॉन डेंसिटी सेंटर दे विच आ जाती है तो ये की चेंज हो जाता है टू कोवलेंट करैक्टर। सो दिस इज़ इन अकॉर्डेंस विद दी फजान्स रूल, यू कैन हैव अ लुक फॉर +1 नोट्स। ठीक है, हुण जे बॉन्ड लेंथ की गल करिए तो सिंपल है, एच आई का बॉन्ड सब तो ज़्यादा, बॉन्ड लेंथ सब तो ज़्यादा है बिकॉज साइज इंक्रीजेस, बिकॉज down the group size increases, right। थर्मल स्टेबिलिटी, जिन्ना ज़्यादा बॉन्ड स्ट्रोंग होगा उन्ना ज़्यादा थर्मली स्टेबल होगा। एच ते एफ का बॉन्ड सब तो ज़्यादा स्ट्रोंग, इस करके वो थर्मली स्टेबल। रिड्यूसिंग पावर की जे गल करिए, जो जिन्ना ईजिली एच लूज करूगा उन्ना ज़्यादा स्ट्रोंग रिड्यूसिंग होगा। एच ते एफ का बॉन्ड काफ़ी स्ट्रोंग है, इस करके वो एच लूज नहीं कर सकता। एच ते आई का बॉन्ड वीक है, इस करके वो एच लूज कर सकता है, इस करके वो सब तो ज़्यादा रिड्यूसिंग है। एसिडिक स्ट्रेंथ फेयर बॉन्ड स्ट्रेंथ ते डिपेंडेंट है, एच आई का बॉन्ड वीक है, इस करके वो ईजिली टुट सक के एच पॉजिटिव दे दिंदा। एच एफ का बॉन्ड स्ट्रोंग है, इस करके वो एच पॉजिटिव ईजिली नहीं दिंदा। नैक्सट हैगा उन्हां दा करोसिव नेचर, जिहड़ा एच एफ है वो हाईली करोसिव है, इट अटैक्स ग्लास एंड हैंस इट इज़ यूजड फॉर एचिंग ऑफ ग्लास। तुसीं देखिया होना ग्लास के उत्ते डिजाइनिंग की हुंदी है, जिहड़े आपां डोरस लगाउने आ घरां दे विच, उहनां विच थोड़ी बहुती कच के उत्ते डिजाइनिंग की हुंदी है, उहनूं एचिंग ऑफ ग्लास कहंदे है। जिहड़ा एच एफ है वो ग्लास कंटेनरस दे विच स्टोर नहीं किया जा सकता, क्योंकि ग्लास कंटेनर दे विच की है सिलिका, सिलिका एच एफ दे नाल रिएक्ट करके SiF4 बनाउंदा है। SiF4 है जिहड़ा वो एच एफ दे नाल रिएक्ट करके की बना लैंदा है, H2SiF6 फ्लोरोसिलिसिलिक एसिड। सो HF कैनॉट बी स्टोर्ड इन दी glass or silica containers, very very important question। Next are the action of group 17 elements with water, very very important। Halogens the great affinity for hydrogen है, so they readily decompose water, their tendency decreases on moving down the group। यानी कि सब तो ज़्यादा F2 रिएक्ट करता है वाटर के नाल, आयोडीन रिएक्ट नहीं करता वाटर के नाल। F2 जो डार्क च है तो वाटर नाल रिएक्ट करके फॉर्म कर रहा है HF ते O2, बट जो लाइट मतलब ज़्यादा होवे वाटर दैन इट फॉर्म्स ओजोन। हुण ये डिफरेंट क्यों है Cl2 ते Br2। Cl2 जे Br2 वाटर नाल रिएक्ट कर गए तो वो फॉर्म करते हैं HCl ते हाइपोक्लोरस। सिमिलरली Br2 जो वाटर नाल रिएक्ट करता इट फॉर्म्स HBr ते हाइपोब्रोमस। वो जो हाइपोक्लोरस है इन द प्रेजेंस ऑफ सनलाइट इट फॉर्म्स HCl एंड रिलीजेस O2। सिमिलरली HOBr इन द प्रेजेंस ऑफ सनलाइट फॉर्म्स HBr एंड O2। आ जिहड़ा हाइपोहेलस एसिड है जिवें HOCl ਜਾਂ HOBr, they are quite unstable and decompose in presence of sunlight. So these reactions make Cl2 a powerful oxidizing and bleaching agent। bleaching agent वेखो किवें, in the presence of moisture Cl2 acts as a bleaching agent। क्यों? क्योंकि पानी की presence ਦੇ ਵਿੱਚ Cl2 कादे ਵਿੱਚ बन जाता है HCl ਤੇ HClO। HClO अनस्टेबल है, वो टुटदा कादे ਵਿੱਚ HCl ਤੇ नेसेंट ऑक्सीजन। आ जिहड़ा नेसेंट ऑक्सीजन है वो कलर्ड सबसटांस ਦੇ ਨਾਲ रिएक्ट करके की फॉर्म कर दिंदा कलरलैस सबसटांस। सिंस ਇਹਦਾ ब्लीचिंग एक्शन ऑक्सीडाइजिंग पावर करके है, इस करके ਇਹਦਾ ब्लीचिंग इफेक्ट की है परमानेंट। SO2 ਦਾ ब्लीचिंग इफेक्ट की सीगा टैंपरेरी, जे तुहानूं याद होਵੇ। नैक्सट आप गल करते हैं Cl2 एज एन ऑक्सीडाइजिंग एजेंट। हुण क्योंकि ऑक्सीजन रिलीज़ करता है, FeSO4 नूं ऑक्सीडाइज कादे विच करता है फैरिक, फैरस नूं फैरिक, आप कादे विच बन जाता है सारे केसिस आप कादे विच चेंज हो जाता है HCl। Na2SO3 नूं चेंज कर दिंदा Na2SO4, SO2 नूं चेंज कर दिंदा H2SO4, I2 नूं चेंज कर दिंदा HiO3 च, Na2S2O3 नूं चेंज कर दिंदा Na2SO4। जे सेम चीज़ आप आयोडीन च करिए, ध्यान दिओ Na2S2O3 क्लोरीन दे नाल चेंज हुंदा Na2SO4 दे नाल, बट आयोडीन दे नाल चेंज हुंदा Na2S4O6। ये याद रखना है, NaIr फॉर्म एक्सेप्शन। ठीक है, इट इज़ हाउ इट एक्ट्स एज एन ऑक्सीडाइजिंग एजेंट।
Chlorine water on standing loses its yellow color due to formation of HCl and HOCl. Very very important. Why chlorine water loses its yellow color? Due to the formation of HCl and HOCl. ਆਇਓਡੀਨ ਦਾ ਵਾਟਰ ਦੇ ਨਾਲ ਕੋਈ ਵੀ ਰਿਐਕਸ਼ਨ ਨਹੀਂ ਹੈਗਾ, ਇਟ ਇਜ਼ ਨॉन ਸਪੌਂਟੇਨੀਅਸ। I2 ਪਲਸ ਵਾਟਰ ਜੇ ਫਾਰਵਰਡ ਰਿਐਕਸ਼ਨ ਨॉन ਸਪੌਂਟੇਨੀਅਸ ਹੈ ਤਾਂ ਬੈਕਵਰਡ ਸਪੌਂਟੇਨੀਅਸ ਹੋਊਗੀ, ਯਾਨੀ ਕਿ ਜੇ HI ਆਕਸੀਜਨ ਨਾਲ ਰਿਐਕਟ ਕਰ ਰਿਹਾ ਇਟ ਵਿਲ ਰਿਲੀਜ਼ I2 ਐਂਡ ਵਾਟਰ। ਫਾਰਵਰਡ ਨॉन ਸਪੌਂਟੇਨੀਅਸ ਹੈ ਬਟ ਬੈਕਵਰਡ ਕੀ ਹੈ, ਸਪੌਂਟੇਨੀਅਸ। ਨੈਕਸਟ ਆਪਾਂ ਗੱਲ ਕਰਦੇ ਹਾਂ ਰਿਐਕਸ਼ਨ ਵਿਦ ਐਲਕਲੀਜ਼। ਅਗੇਨ ਵੈਰੀ ਵੈਰੀ ਇੰਪੋਰਟੈਂਟ। ਹੈਲੋਜਨਸ ਡਿਫਰੈਂਟਲੀ ਰਿਐਕਟ ਕਰਦੇ ਆ ਵਿਦ ਕੋਲਡ, ਡਾਇਲੂਟ ਐਂਡ ਕੰਸਨਟ੍ਰੇਟਡ। ਜੇਕਰ NaOH ਡਾਇਲੂਟ ਤੇ ਕੋਲਡ ਹੈ ਤਾਂ F2 ਬਣਾਊਗਾ NaF, H2O ਐਂਡ OF2। ਬਟ ਜੇ NaOH ਹੌਟ ਤੇ ਕੰਸਨਟ੍ਰੇਟਡ ਹੈ ਤਾਂ F2 ਬਣਾਊਗਾ NaF ਤੇ O2। ਅਦਰ ਹੈਲੋਜਨਸ ਦੇ ਰਿਐਕਟ ਡਿਫਰੈਂਟਲੀ ਵਿਦ ਕੋਲਡ ਡਾਇਲੂਟ NaOH ਜਿਹੜਾ X2 ਹੈ ਹੈਲੋਜਨ NaOH ਦੇ ਨਾਲ ਰਿਐਕਟ ਕਰਕੇ NaX ਤੇ NaXO, ਯਾਨੀ ਕਿ ਜੇ ਆਪਣੇ ਕੋਲ ਕਲੋਰੀਨ ਹੈ, ਜੇ ਉਹ 2NaOH ਇੱਥੇ ਆਪਾਂ NaOH ਕੋਲਡ ਐਂਡ ਡਾਇਲੂਟ ਲਿਆ ਤਾਂ ਇਟ ਵਿਲ ਫॉर्म NaCl plus NaClO plus ਵਾਟਰ, ਸੋਡੀਅਮ ਹਾਈਪੋਕਲੋਰਾਈਟ। ਤੇ ਜੇ ਆਪਣੇ ਕੋਲ ਹੌਟ ਐਂਡ ਕੰਸਨਟ੍ਰੇਟਡ ਹੈ ਤਾਂ ਉਹ ਕੀ ਫਾਰਮ ਕਰੇਗਾ NaX, NaXO3, Cl2 6 3Cl2 6NaOH। ਇਹ ਸਾਡੇ ਕੋਲ ਹੌਟ ਐਂਡ ਕੰਸਨਟ੍ਰੇਟਡ ਹੈ, ਇਟ ਵਿਲ ਫॉर्म 5NaCl plus NaClO3 plus 3 ਵਾਟਰ। ਸਮਝ ਗਏ? ਇਹ ਬਣਾ ਦੇਗਾ ਕਲੋਰੇਟ, ਸੋਡੀਅਮ ਕਲੋਰੇਟ। ਇਹਦੇ ਵਿੱਚ ਸੋਡੀਅਮ ਹਾਈਪੋਕਲੋਰੇਟ ਵੈਰੀ ਵੈਰੀ ਇੰਪੋਰਟੈਂਟ। ਸੋ ਤੁਸੀਂ ਦੇਖਣਾ ਕਿ ਤੁਹਾਨੂੰ ਕੋਲਡ ਡਾਇਲੂਟ ਪੁੱਛਿਆ ਜਾਂ ਹੌਟ ਤੇ ਕੰਸਨਟ੍ਰੇਟਡ ਪੁੱਛਿਆ। ਜਿਹੜਾ ਕਲੋਰੀਨ ਹੈ ਜੇਕਰ ਉਹਨੂੰ ਆਪਾਂ ਕੈਲਸ਼ੀਅਮ ਹਾਈਡਰੋਕਸਾਈਡ ਦੇ ਨਾਲ ਰਿਐਕਟ ਕਰੀਏ, ਡਰਾਈ ਸਲੇਕਡ ਲਾਈਮ, ਇਟ ਫਾਰਮਸ ਬਲੀਚਿੰਗ ਪਾਊਡਰ CaOCl2 CaCl2। ਤੇ ਇਨ ਦ ਪ੍ਰੈਜ਼ੈਂਸ ਆਫ ਦਿਸ ਇਜ਼ ਦੀ composition of bleaching powder CaOCl2 CaCl2 ਤੇ calcium hydroxide and water is formed। a reaction with metals, ਸਾਰੇ ਜਿਹੜੇ metals ਨੇ ਉਹ ਹੈਲੋਜਨਸ ਦੇ ਨਾਲ ਰਿਐਕਟ ਕਰਕੇ ਬਣਾਉਂਦੇ ਆ ਉਹਨਾਂ ਦੇ ਪਰਟੀਕੂਲਰ ਹੈਲਾਈਡਸ, ਮੈਟਲ ਹੈਲਾਈਡਸ। ਤੇ ਉਹਨਾਂ ਦਾ ਆਇਓਨਿਕ ਕਰੈਕਟਰ ਸਭ ਤੋਂ ਜ਼ਿਆਦਾ ਆਇਓਨਿਕ ਕਰੈਕਟਰ ਹੈਗਾ MF ਦਾ ਤੇ ਸਭ ਤੋਂ ਵੀਕ MI ਦਾ। ਆਇਓਨਿਕ ਕਰੈਕਟਰ ਡਿਪੈਂਡ ਕਰਦਾ ਹੈ ਕਿ ਦੋਵਾਂ ਦੇ ਵਿੱਚ ਇਲੈਕਟ੍ਰੋਨੈਗੇਟਿਵਿਟੀ ਡਿਫਰੈਂਸ ਕਿੰਨਾ ਹੈ। ਜਿੰਨਾ ਜ਼ਿਆਦਾ ਇਲੈਕਟ੍ਰੋਨੈਗੇਟਿਵਿਟੀ ਡਿਫਰੈਂਸ ਹੋਊਗਾ ਉਨਾ ਜ਼ਿਆਦਾ ਉਹ ਆਇਓਨਿਕ ਹੋਊਗਾ। If a metal exhibits more than one oxidation state, the halide ion with higher oxidation state will be more covalent। ਜਿਵੇਂ SnCl4 more covalent than SnCl2, PbCl4 more covalent than PbCl2, SbCl5 more covalent than SbCl3, UF6 more covalent than UF4। So this was all about the general chemical properties of group 17। In the next video we'll talk about compounds of group 17 ਜਿਹਦੇ ਵਿੱਚ ਸਿਰਫ ਦੋ ਕੰਪਾਊਂਡਸ ਹੈ, ਕਲੋਰੀਨ ਤੇ HCl। ਐਂਡ ਦੈਨ ਇਹਦੇ ਵਿੱਚ ਇੱਕ ਹੋਰ ਮਤਲਬ ਟੌਪਿਕ ਹੈ that I'll cover in the next video। Any doubt you can ask me।